ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜਲ ਸਾਹਿਬ ਵੈਲਕਮ, ਵੈਰੀ ਗੁੱਡ ਮਾਰਨਿੰਗ। ਥੈਂਕ ਯੂ ਜੀ ਚਾਵਲਾ ਜੀ, ਬਹੁਤ ਮਿਹਰਬਾਨੀ। ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ। ਜੀ ਚਾਵਲਾ ਜੀ, ਜਿਹੜਾ ਤੁਸੀਂ ਕਹਿਣਾ ਜੀ ਵੀ ਰਿਸਪੈਕਟ ਕਰਨੀ ਕਿ ਨਹੀਂ, ਵੀ ਇਹ ਜਿਹੜੇ ਡਿਸਰਿਸਪੈਕਟ ਦੂਸਰਿਆਂ ਨੂੰ ਕਰਨ ਵਾਲੇ ਲੋਕ ਵੀ ਹੁੰਦੇ ਆ ਅੱਜ ਦੇ ਸਮੇਂ 'ਚ ਇੰਨਾ ਹੀ ਆ ਵੀ ਉਹਨਾਂ ਨੂੰ ਇਹ ਜ਼ਰੂਰ ਰਹਿੰਦਾ ਵੀ ਮੇਰੀ ਰਿਸਪੈਕਟ ਹੁੰਦੀ ਰਵੇ, ਮੈਂ ਕਿਸੇ ਨੂੰ ਰਿਸਪੈਕਟ ਦੇਵਾਂ ਜਾਂ ਨਾ। ਹੁਣ ਰਿਸਪੈਕਟ ਤੇ ਦੇਣ ਤੇ ਲੈਣ ਦਾ ਹਨਾ ਇੱਕ ਦੁਵੱਲਾ ਕਾਰਜ ਹੈ। ਚਲੋ ਗੱਲ ਸ਼ੁਰੂ ਹੋ ਗਈ, ਗੱਲ ਲੱਗਦਾ ਇੱਥੇ ਹੀ ਖਤਮ ਕਰ ਲਈਏ। ਸਾਡੇ ਨਾ ਬਹੁਤ ਕੁਝ ਇੱਥੇ ਚੇਂਜ ਹੋ ਗਿਆ। ਜਦੋਂ ਅਸੀਂ 92 'ਚ ਆਏ ਸੀ ਨਾ, ਲੱਗਦਾ ਯਾਰ ਵਾਕਈ ਕਿਸੇ ਤਹਿਜ਼ੀਬ ਜ਼ਦਾ ਜਿਹੜੀ ਯਾਰ ਕੰਟਰੀ ਨਾ ਆਪਣੀ ਉਹਨੂੰ ਮੁਲਕ ਨੂੰ ਛੱਡ ਕੇ ਤੇ ਇੱਥੇ ਆਏ ਹਨਾ। ਉੱਤਰਦੇ ਆ ਜਦੋਂ ਤੁਸੀਂ ਮਤਲਬ ਕਿਸੇ ਨੂੰ ਮੌਕਾ ਦੇ ਦਿਓ ਨਾ, ਲਾਈਨ 'ਚ ਲੱਗੇ ਹੋ ਵੀ ਚੱਲ ਮੈਂ ਮਾੜਾ ਵੀ ਜੀ ਤੂੰ ਕਰ ਲਾ, ਅਗਲਾ 2 ਵਾਰੀ ਧੰਨਵਾਦ ਕਰਦਾ, ਕੰਮ ਕਰਾ ਕੇ ਫਿਰ ਤੁਰ ਲੱਗਿਆ ਧੰਨਵਾਦ ਕਰਦਾ ਹਨਾ। ਤੇ ਸਾਡੇ ਇੱਥੇ ਮਾਲ 'ਚ ਕਿਤੇ ਖਲੋ ਜਾਓ ਕਿ ਵੇਖ ਲਓ ਵੀ ਜੋੜਾ ਆਉਂਦਾ ਪੰਜਾਬੀ ਆ ਜਾਂ ਗੋਰਾ ਜਾਂ ਦੂਜਾ ਤੀਜਾ ਹਨਾ, ਤੇ ਗੋਰਾ ਤਾਂ ਥੈਂਕ ਯੂ ਵੀ ਕਰਕੇ ਜਾਊ, ਕਾਲਾ ਵੀ ਥੈਂਕ ਯੂ ਕਰਕੇ ਜਾਊ। ਸਾਡੇ ਵਾਲਾ ਤਾਂ ਐ ਨੰਗੂ ਜਿੱਦਾਂ ਮੇਰੇ ਪਿਓ ਦਾ ਨੌਕਰ ਖਲੋਤਾ ਹੁੰਦਾ। ਵੈਸੇ ਆਪਾਂ ਉੱਥੋਂ ਆਏ ਆ ਚਾਵਲਾ ਜੀ, ਵੀ ਏਦਾਂ ਲੱਗਦਾ ਨਹੀਂ ਵੀ ਆਪਾਂ ਇੰਨੇ ਜ਼ਿਆਦਾ ਹੰਕਾਰੀ ਉੱਥੇ ਆ। ਇਹ ਇੱਥੇ ਆ ਕੇ ਜਾਣੀ ਜਿਹੜਾ ਇਹ ਐਟੀਚਿਊਡ ਸਾਡੀਆਂ ਧੌਣਾਂ 'ਚ ਆਉਂਦਾ, ਆਈ ਡੋਂਟ ਨੋ ਵੀ ਇਹ ਕਿੱਥੋਂ ਆਉਂਦਾ। ਉੱਥੇ ਤੇ ਆਪਾਂ ਬੜੇ ਵਧੀਆ ਆ ਜੀ। ਸਹੀ ਗੱਲ ਆ। ਉੱਥੋਂ ਜਿਹੜਾ ਇੱਥੇ ਆ ਜਾਂਦਾ ਨਾ ਭੈਣ ਭਰਾ, ਤੁਸੀਂ ਇੱਕ ਦਿਨ ਕਰਦੇ ਪਏ ਸੀ ਲਿਖਦੇ ਪਏ ਸੀ, ਜਿਹੜਾ ਆ ਜਾਂਦਾ ਉਹਦੀ ਧੌਣ 'ਚ ਪਤਾ ਨਹੀਂ ਕਿਹੜਾ ਕਿੱਲਾ ਕੱਢਿਆ ਜਾਂਦਾ। ਉੱਥੇ ਗਿਆ ਨੂੰ ਬੰਦੇ ਨਹੀਂ ਸਮਝਦੇ ਬੰਦਿਆਂ ਨੂੰ, ਉੱਥੋਂ ਹੀ ਆਏ ਹੁੰਦੇ ਆ ਯਾਰ। ਸੋ ਇਸ ਕਰਕੇ ਇਹ ਆ ਜੀ ਵੀ ਆਪਾਂ ਆਏ ਬੈਟਰ ਲਾਈਫ ਵਾਸਤੇ ਆ, ਤੇ ਬੈਟਰ ਲਾਈਫ ਬੈਟਰ ਕੰਮ ਵਿੱਚ ਹੈ। ਤੇ ਜਿਹੜੀਆਂ ਲੁੱਟਾਂ ਮਾਰਾਂ ਇੱਥੇ ਕਰਨ ਦੇ ਮੌਕੇ ਆਪਾਂ ਦੇਖ ਕੇ ਆਪਣੇ ਖੀਸੇ ਭਰਨੇ ਸ਼ੁਰੂ ਕਰਦੇ ਆ। ਇਹ ਲੁਟੇਰੀਆਂ ਬੇਈਮਾਨਾਂ ਬਣਨਾ ਪਾਉਂਦੇ ਤਾਂ ਨਹੀਂਗੇ, ਪਰ ਹੁਣ ਆਈ ਡੋਂਟ ਨੋ ਵੀ ਮੌਕਾ ਦੇਖ ਕੇ ਡਾਲਰ ਦੀ ਚਮਕ ਬੜੀ ਭੈੜੀ ਹੈ ਜੌਲ ਸਾਹਿਬ। ਮਤਲਬ ਮੌਕਾ ਦੇਖ ਕੇ ਸੰਤ ਸਿੰਘ ਜੀ ਮਸਕੀਨ ਵਾਂਗੂ ਟਲਦਾ ਤੇ ਟਲਦੀ ਕੋਈ ਨਹੀਂ ਜੀ। ਆਪਾਂ ਦੇਖ ਰਹੀਆਂ ਜੋ ਲੁੱਟਾਂ ਮਾਰਾਂ ਹੋ ਰਹੀਆਂ, ਇਹ ਕਾਰਨ ਨਹੀਂ ਸੀ ਕੋਈ ਆਇਆ। ਜੇ ਕੋਈ ਖਾਲੀ ਹੱਥ ਆਇਆ ਤਦ ਵੀ, 2 ਟੈਚੀ ਲੈ ਕੇ ਆਇਆ ਤਦ ਵੀ ਜੀ। ਅੱਛਾ ਚਲੋ, ਦੁਨੀਆ ਵਰਲਡ ਵਾਰ ਵੱਲ ਚਾਲੇ ਪਾ ਰਹੀ ਹੈ ਜੇ। ਹਾਂ, ਮੈਂ ਨਹੀਂ ਕਹਿ ਰਿਹਾ। ਕੱਲ੍ਹ ਬ੍ਰਿਟੇਨ ਦੇ ਪ੍ਰਧਾਨ ਮੰਤਰੀ, ਵੱਖ ਜਿਹੜੇ ਮੰਤਰੀ ਨੇ, ਜਿਹੜੇ ਜੇ ਸੰਜੀਦਾ ਲੋਕ ਜਿਨ੍ਹਾਂ ਦੇ ਬਿਆਨ ਨੂੰ ਆਪਾਂ ਪੜ੍ਹਦੇ ਸੁਣਦੇ ਹਾਂ, ਉਹਨਾਂ ਨੂੰ ਆਪਾਂ ਉੱਥੇ ਚਰਚਾ ਕਰਦੇ ਹਾਂ ਕਿ ਜਿਹੜਾ ਯੂਕਰੇਨ ਅਤੇ ਰੂਸ ਦੇ ਦਰਮਿਆਨ, ਮੈਂ ਤਾਂ ਸਾਰਾ ਵਾਰਤਾਲਾਪ ਰਾਤੀ ਕੋਈ 40 ਕੁ ਮਿੰਟ ਦੀ ਸੁਣਾਈ ਸੀ ਕੀ ਉਹਨਾਂ ਦੇ ਵਿੱਚ ਹੈਗਾ, ਕਿੱਥੋਂ ਸ਼ੁਰੂ ਹੋਇਆ, ਕਿੱਥੇ ਚੱਲਿਆ ਤੇ ਕਿੱਥੇ ਤੱਕ ਅਕਸ ਆ ਕੇ ਉਹ ਜਲ ਮਾਰਗ ਆ ਜਿਹੜਾ ਇੱਕ, ਹਾਂਜੀ, ਜਿਹਦੇ 'ਤੇ ਬਹੁਤ ਵੱਡੀ ਉਹਨਾਂ ਦੀ ਜਿਹੜੀ ਇੱਕ ਕਿਸਮ ਦੀ ਉੱਥੇ ਟਸ਼ਨ ਇਸ ਵੇਲੇ ਚੱਲਦੀ ਪਈ ਹੈ। ਕੱਲ੍ਹ ਮਾਨਤਾ ਵੀ ਦੇ ਦਿੱਤੀ ਸੀਗੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 2 ਵੱਡੇ ਸੂਬਿਆਂ ਨੂੰ, ਹਾਂਜੀ। ਉਦੋਂ ਬਾਅਦ ਅਜਿਹੇ ਤਾਂ ਖਬਰਾਂ ਆ ਰਹੀਆਂ ਨੇ, ਕੋਈ ਕਹਿ ਰਿਹਾ ਕਿ ਸੂਬਿਆਂ 'ਚ ਦਾਖਲ ਹੋ ਗਏ ਨੇ, ਹਾਂਜੀ, ਰੂਸੀ ਫੌਜੀ 2 ਸੂਬਿਆਂ 'ਚ, ਤੇ ਕੋਈ ਕਹਿੰਦੇ ਕਿ ਜੇ ਮਤਲਬ ਇਸ਼ਾਰਾ ਹੀ ਹੋਇਆ ਵਾ, ਮਤਲਬ ਹੁਕਮ ਹੀ ਹੋਏ ਨੇ, ਹੋ ਜਾਣਗੇ। ਕੀ ਲੱਗਦਾ ਤੁਹਾਨੂੰ? ਦੇਖੋ ਜੀ, ਤਿਆਰੀਆਂ ਨੇ ਤੇ ਪਹਿਲਾਂ ਵਧੀਆਂ ਹੋਈਆਂ ਨੇ, ਤੇ ਇਹ ਜਿਹੜੀ ਮਾਨਤਾ ਦੇਣ ਵਾਲੀ ਗੱਲ ਹੈ, ਮਤਲਬ ਡੋਨੇਸਟ ਤੇ ਲੁਹਾਨਸਕ ਏਰੀਆ ਇਹਨਾਂ ਦੀ ਵੀ ਉਧਰ ਬਲੈਕ ਸੀ ਦੇ ਨੇੜੇ ਪੈਂਦਾ, ਯੂਕਰੇਨ ਦਾ ਏਰੀਆ ਰਸ਼ੀਅਨ ਬਾਰਡਰ ਦੇ ਨਾਲ, ਤੇ ਉੱਥੇ ਜਾਣੀ ਕਿ ਜੀ ਵੀ ਬਹਾਨਾ ਇਹ ਬਣਾਇਆ ਗਿਆ ਵੀ ਉੱਥੇ ਲੋਕ ਵੱਖ ਹੋਣਾ ਚਾਹੁੰਦੇ ਆ ਤੇ ਰਸ਼ੀਆ ਉਹਨਾਂ ਦਾ ਸਾਥ ਦਿੰਦਾ ਹੈ। ਮਤਲਬ ਕਿ ਚਿੰਜਣੀ ਛੇੜਨ ਵਾਲੀ ਗੱਲ ਹੈ, ਸ਼ਰਾਰਤ ਕਰਨ ਵਾਲੀ ਗੱਲ ਹੈ, ਤੇ ਆਪਾਂ ਕੋਈ ਨਾ ਕੋਈ ਯਾਬਿਆ ਜਿਹੜਾ ਦੁਨੀਆ ਵਾਸਤੇ ਬਣਾਈ ਰੱਖਣਾ। ਹੁਣ ਰਸ਼ੀਆ ਦੇਖੀਏ ਦੁਨੀਆ ਦੇ ਵਿੱਚ ਸਭ ਤੋਂ ਧਰਾਤਲ ਪੱਖੋਂ ਵੱਡਾ ਦੇਸ਼ ਆ, ਸੋ ਇਹੋ ਜਿਹੇ ਨਿੱਕੇ ਕੰਮਾਂ 'ਚ ਇਹਨਾਂ ਨੂੰ ਪੈਣ ਦੀ ਲੋੜ ਥੋੜ੍ਹਾ ਆ ਵੀ ਜਿਹਦੇ ਨਾਲ ਸਾਰੀ ਦੁਨੀਆ ਹੀ ਅਰਥ ਵਿਵਸਥਾ ਜਿਹੜੀ ਜੀ ਆਰਥਿਕਤਾ ਹੋ ਜਾਵੇ। ਪਰ ਹੁਣ ਜਿਸ ਪੱਧਰ ਤੇ ਇਹ ਮਾਹੌਲ ਜਾਣੀ ਕਿ ਬਣਾਇਆ ਜਾ ਰਿਹਾ, ਲੱਗ ਰਿਹਾ ਵੀ ਜਾਣਬੁੱਝ ਕੇ ਇਹ ਤਾਂ ਪਹਿਲਾਂ ਹੁਣ ਕਹਿ ਰਹੇ ਸੀ ਵੀ ਜੀ ਵਲਾਦੀਮੀਰ ਪੁਤਿਨ ਤੇ ਇਹ ਜੋ ਬਾਈਡਨ ਹੋਣਾ ਦੇ ਵਿਚਕਾਰ ਇੱਕ ਮੀਟਿੰਗ ਹੋਣੀ ਤੈਅ ਹੋ ਰਹੀ ਹੈ। ਸੋ ਡਿਪਲੋਮੈਟਿਕ ਪੱਧਰ ਤੇ ਇਹਦਾ ਜਿਹੜਾ ਹੱਲ ਨਿਕਲ ਆਊਗਾ। ਮੁੜ ਕੇ ਰਸ਼ੀਆ ਤੋਂ ਇਹ ਸਟੇਟਮੈਂਟ ਆ ਗਈ ਵੀ ਅਸੀਂ ਮਿਲਣਾ ਹੀ ਨਹੀਂ ਚਾਹੁੰਦੇ। ਸੋ ਤਦ ਕਰਕੇ ਆ ਜੀ ਵੀ ਕਿਤੇ ਲੱਗਦਾ ਵੀ ਜਾਣ ਬੁੱਝ ਕੇ ਜਾਣੀ ਮੈਨਾ ਮਾਨੂ ਵਾਲੀ ਇਹ ਗੱਲ ਆ ਵੀ ਉੱਥੇ ਚਿੰਜਣੀ ਛੇੜਨ ਵਾਲੀ ਇਹ, ਤੇ ਜਿਹਦੇ ਤੇ ਨੈਚੁਰਲੀ ਆ ਵੀ ਜੀ ਹੁਣ ਕਿਸੇ ਦੇ ਘਰ ਬੈਠਿਆ ਕਿਸੇ ਤੇ ਅਟੈਕ ਹੋ ਰਿਹਾ ਤੇ ਉਹਨੂੰ ਡਿਫੈਂਡ ਕਰਨ ਦਾ ਪੂਰਾ ਰਾਈਟ ਆ ਜੀ। ਸੋ ਯੂਕਰੇਨ ਇੱਕ ਸੋਵਰਨ ਕੰਟਰੀ ਆ, ਪ੍ਰਭੂਸੱਤ ਦੇਸ਼ ਹੈ। ਕੈਨੇਡਾ, ਬਾਕੀ ਸਾਰੇ ਵੈਸਟਰਨ ਕੰਟਰੀਜ਼, ਨੈਟੋ ਮੈਂਬਰਸ, ਉਹਨਾਂ ਦਾ ਜੇ ਉਹਨਾਂ ਦੀ ਆਪਣੀ ਸੋਵਰੈਂਟੀ ਨੂੰ ਡਿਫੈਂਡ ਕਰਨ ਦੇ ਲਈ ਸਾਥ ਦੇਣਗੇ ਤੇ ਇਹਦੇ ਵਿੱਚ ਗਲਤ ਕੋਈ ਨਹੀਂ, ਕਿਉਂਕਿ ਰਸ਼ੀਆ ਦੀ ਮਤਲਬ ਕੋਈ ਵੀ ਜੁਰਮਾਨਾ ਹੋਵੇ, ਕੋਈ ਵੀ ਵਧੀਕੀ ਕਰ ਰਿਹਾ ਹੋਵੇ। ਸੋ ਜੇ ਹੁਣ ਯੂਕਰੇਨ ਕੱਲ ਨੂੰ ਰਸ਼ੀਆ ਤੇ ਐਵੇਂ ਅਟੈਕ ਕਰ ਦੇਵੇ ਤੇ ਉਹਦੀ ਵੀ ਆਲੋਚਨਾ ਹੋਣੀ ਚਾਹੀਦੀ ਹੈ ਨਾ ਜੀ। ਦੁਨੀਆ ਦਾ ਖੇਤਰਫਲ ਦੇ ਵਿੱਚੋਂ 11ਵਾਂ, ਮੈਂ ਆਰਟੀਕਲ ਸੁਣਿਆ ਸੀ, 11% ਹਿੱਸੇ ਵਾਲਾ ਇਹ ਦੇਸ਼ ਹੈ ਰੂਸ। ਦੇਸ਼ ਹੈ ਜੀ ਦੇਖਿਆ ਜਾਵੇ ਤਾਂ, ਤੇ ਇਹਦੀ ਜਿਹੜੀ ਹੈ 16 ਕਰੋੜ 37 ਲੱਖ ਤੇ 830 ਖੇਤਰਫਲ ਹੈ। ਜੇ ਪਈ ਵੱਧ ਘੱਟ ਹੋਵੇ ਤੇ ਖੇਮਾਂ ਦੇ ਜਾਚਕਾਂ 11% ਜਿਹੜਾ ਹੈ
प्रतिशत ਇਹਦਾ ਜਿਹੜਾ ਹਿੱਸੇ ਵਾਲਾ ਦੇਸ਼ ਹੈ, ਜਦੋਂ ਕਿ ਯੂਕਰੇਨ ਦੇ ਮੁਕਾਬਲੇ ਛੋਟਾ ਜਿਹਾ ਬਿਲਕੁਲ ਆਪਾਂ ਕਹਿ ਲਈਏ ਕਿ ਨਾ ਇੰਨਾ ਕਿਆ ਉਹ 10.6 ਗੁਣਾ ਵੱਡਾ ਵਾ ਇਹ ਉਹਦੇ ਨਾਲੋਂ ਯੂਕਰੇਨ ਨਾਲੋਂ, ਤੇ ਯੂਕਰੇਨ ਦਾ 5,79,000 ਤੇ ਸਿਰਫ 320 ਖੇਤਰਫਲ ਜਿਹੜਾ ਕੱਲ ਆਰਟੀਕਲ ਮੈਂ ਸਾਂਝਾ ਕੀਤਾ ਸੀ ਉਹਦੇ ਵਿੱਚ ਦੱਸਿਆ ਗਿਆ। ਸੋ ਕੀ ਮੁਕਾਬਲਾ ਹੈ, ਪਰ ਦੂਜੇ ਪਾਸੇ ਧੱਕਾ ਤਾਂ ਕੋਈ ਵੀ ਬਰਦਾਸ਼ਤ ਨਹੀਂ ਨਾ ਕਰਦਾ ਜੀ। ਹਾਂਜੀ, ਕਿਉਂਕਿ ਚਿੜੀ ਤੇ ਪਹੁੰਚੇ ਜਿੰਨਾ ਜੀ ਦੇਖਿਆ ਜਾਵੇ। ਹਾਂ ਕੁੱਲ ਮਿਲਾ ਕੇ ਹੁਣ 에ਅਰ ਇੰਡੀਆ ਦਾ ਪਲੇਨ ਜਿਹੜਾ ਜੀ ਵੀ ਉੱਡ ਚੁੱਕਾ, ਉੱਥੋਂ ਕੀਵ ਤੋਂ ਜਿਹੜੇ ਸਟੂਡੈਂਟਸ ਇੰਡੀਅਨ ਹੈਗੇ ਨਾ, ਉੱਥੇ 20,000 ਦੇ ਕਰੀਬ ਭਾਰਤੀ ਮੂਲ ਦੇ ਲੋਕਾਂ ਨੂੰ ਕਿਹਾ ਗਿਆ ਵੀ ਟੈਂਪਰੇਰੀਲੀ ਉਹ ਯੂਕਰੇਨ ਛੱਡ ਜਾਣ। ਕੈਨੇਡਾ ਨੇ ਆਪਣੇ ਲੋਕ ਪਹਿਲਾਂ ਆਪਣੀ ਐਮਬੈਸੀ ਵੀ ਰੀਲੋਕੇਟ ਉੱਥੋਂ ਕਰ ਲਈ ਸੀਗੀ। US ਨੇ ਵੀ ਆਪਣੇ ਡਿਪਲੋਮੈਟਸ ਜਿਹੜੇ ਰੀਲੋਕੇਟ ਕੀਤੇ ਹੋਏ ਨੇ, ਕਿਉਂਕਿ ਪਿਛਲੇ ਕਿੰਨੇ ਲੰਬੇ ਸਮੇਂ ਤੋਂ ਇਹ ਟੈਨਸ਼ਨ ਚੱਲ ਰਹੀ ਆ। ਸੋ ਇਹੋ ਜਿਹੇ ਦੇ ਵਿੱਚ ਇਹ ਜੀ ਵੀ ਆਪੋ ਆਪਣਾ ਬਚਾਅ ਹਲ ਦੀ ਘੜੀ ਕਰਨ ਦੀ ਕੋਸ਼ਿਸ਼ ਹੈ। ਤੇ ਜਿਹੜੇ ਵੈਸਟਰਨ ਕੰਟਰੀਜ਼ ਹੈਗੇ ਆ ਜੀ ਵੀ ਕਾਫੀ ਅੱਜ ਐਕਟਿਵਿਟੀ ਪੋਲੀਟੀਕਲੀ ਆਪਾਂ ਨੂੰ ਨਜ਼ਰ ਆਏਗੀ, ਡਿਪਲੋਮੈਟਿਕਲੀ ਵੀ। ਪਰ ਜੋ ਵੀ ਉੱਥੇ ਯੂਕਰੇਨ ਤੇ ਰਸ਼ੀਆ ਦੇ ਬਾਰਡਰ ਤੇ ਹੋ ਰਿਹਾ ਤੇ ਨਜ਼ਰ ਸਾਰੇ ਸੰਸਾਰ ਦੀ ਲੱਗੀ ਹੋਈ ਹੈ। ਫਰਵਰੀ ਮਹੀਨਾ ਹੈ ਔਰ ਅੱਜ ਹੋ ਗਈ ਆਲਮੋਸਟ 22। ਇਹਨਾਂ ਦਿਨਾਂ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਵੈਸੇ ਚਰਚਾ ਸੀਗੀ ਕਿ ਚਾਈਨਾ ਵਾਲੇ ਰੂਟ ਤੋਂ ਜਿਹੜੇ ਨੇ ਉਹ ਲੋਕ ਜਿਹੜੇ ਜਾ ਆ ਰਹੇ ਨੇ ਉਹ ਖਤਰਾ ਹੈ। ਉਦੋਂ ਬਾਅਦ ਜਦੋਂ ਹੀ ਮਾਰਚ ਮਹੀਨਾ ਚੜ੍ਹਦਾ ਤੇ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਹੈ ਉਹ ਤਰਥੱਲੀ ਮੱਚ ਜਾਂਦੀ ਹੈ, ਔਰ ਉਦੋਂ ਬਾਅਦ ਥੋੜ੍ਹੇ ਤੋਂ ਦਿਨਾਂ ਬਾਅਦ ਲਾਸ਼ਾਂ ਡਿੱਗਣੇ ਸ਼ੁਰੂ ਹੋ ਜਾਂਦੀਆਂ ਨੇ, ਲੋਕੀ ਮਤਲਬ ਸਹਿਮ ਜਾਂਦੇ ਨੇ, ਔਰ ਵੱਡੇ ਵੱਡੇ ਮਾਲਾਂ ਦੇ ਵਿੱਚ ਜਿਹੜੀਆਂ ਨੇ ਆਈਟਮਾਂ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਖਾਣ ਪੀਣ ਵਾਲੀਆਂ, ਲੋਕੀ ਇੱਕ ਦੂਜੇ ਤੋਂ ਖੋਹ ਕੇ ਘਰਾਂ ਦੇ ਵਿੱਚ ਲੈ ਕੇ ਜਾਂਦੇ ਨੇ। ਹਾਂਜੀ, ਉੱਥੇ ਅਸੀਂ ਦੱਸ ਦਿੱਤਾ ਕਿ ਕਿਵੇਂ ਅਸੀਂ ਮਨੁੱਖਤਾ ਪ੍ਰਤੀ ਕਿੰਨਾ ਕੁ ਅਸੀਂ ਸੁਹਿਰਦ ਹਾਂ, ਅਸੀਂ ਆਪਣੇ ਪ੍ਰਤੀ ਸੁਹਿਰਦ ਹਾਂ। ਟੋਇਲਟ ਪੇਪਰਾਂ ਤੋਂ ਲੜਾਈਆਂ ਹੁੰਦੀਆਂ ਵੇਖੀਆਂ, ਆਟੇ ਦੇ ਬੈਗ ਤੋਂ ਲੜਾਈਆਂ ਹੁੰਦੀਆਂ ਵੇਖੀਆਂ, ਸ਼ੈਲਫਾਂ ਤੋਂ ਐਕਸਪਾਇਰ ਡੇਟਾ ਵਾਲੀਆਂ ਚੀਜ਼ਾਂ ਨਹੀਂ ਵੇਖੀਆਂ, ਲੋਕਾਂ ਨੇ ਚੱਕ ਕੇ ਲੈ ਗਏ। ਔਰ 2 ਵਰੇ ਲੋਕਾਂ ਨੇ ਸੇਵਾ ਵੀ ਰੱਜ ਕੇ ਕੀਤੀ, ਕਮਾਇਆ ਵੀ ਰੱਜ ਕੇ, ਔਰ ਜਾਨਾਂ ਵੀ ਬਹੁਤ ਸਾਰੀਆਂ ਗਈਆਂ। ਪਰ ਹੁਣ ਹੌਲੀ ਹੌਲੀ ਜ਼ਿੰਦਗੀ ਜਿਹੜੀ ਹੈ ਉਹ ਲੀਹ 'ਤੇ ਆਉਂਦੀ ਫਿਰਦੀ ਹੈ ਦੁਨੀਆ ਦੀ, ਪਰ ਅਜੇ ਖਤਰਾ ਟਲਿਆ ਨਹੀਂ। ਸਾਡੇ ਇੱਥੇ ਕੈਨੇਡਾ ਦੇ ਵਿੱਚ ਜੋ ਆਟਵਾ ਦੇ ਵਿੱਚ ਹੈ ਉਹਦਾ ਇੱਕ ਪਾਰਟ ਹੈ, ਪਰੰਤੂ ਬ੍ਰਿਟੇਨ ਜਿਹਦੀ ਛਤਰਛਾਇਆ ਹੇਠ ਸਾਡਾ ਦੇਸ਼ ਚੱਲਦਾ ਹੈ, ਨਹੀਂ ਵੇ ਬ੍ਰਿਟੇਨ ਦਾ ਵੱਡਾ ਕਦਮ ਉਹਨੇ ਖਤਮ ਕੀਤੀਆਂ ਨੇ ਕਰੋਨਾ ਪਾਬੰਦੀਆਂ। ਇਹ 'ਤੇ ਚਰਚਾ ਕਰਨੀ ਬਣਦੀ ਹੈ। ਉਹਨਾਂ ਨੇ ਕਿਹਾ ਕਿ ਅਜੇ ਭਾਵੇਂ ਨਹੀਂ, ਪਰ 1 ਅਪ੍ਰੈਲ ਤੋਂ ਤਾਂ ਆਲਮੋਸਟ ਉਹ ਘੜੇ ਤੋਂ ਟੱਕਣ ਚੱਕਣੀ ਵਾਲੇ ਨੇ। ਕੀ ਕਹਿਣਾ ਚਾਹੋਗੇ? ਹਾਂ, ਬੈਕ ਟੂ ਨਾਰਮਲ। ਕਿਉਂਕਿ ਦੇਖੋ ਅੱਜ ਤੋਂ 2 ਸਾਲ ਪਹਿਲਾਂ ਚਾਵਲਾ ਜੀ ਜੋ ਸਿਚੁਏਸ਼ਨ ਸੀਗੀ 2020 ਦੇ ਵਿੱਚ ਸੰਸਾਰ ਦੀ, ਜਾਂ ਕੱਲ 2019 ਦੇ ਵਿੱਚ ਜਦੋਂ ਨਵੰਬਰ ਦਸੰਬਰ ਦੇ ਵਿੱਚ ਇਹਦਾ ਭਵਕਾ ਜਿਹਾ ਉਧਰ ਚੀਨ ਦੇ ਵਾਲੇ ਪਾਸਿਓਂ ਆਉਣਾ ਸ਼ੁਰੂ ਹੋਇਆ ਸੀਗਾ, ਉਸ ਵੇਲੇ ਇੱਥੇ ਜਦੋਂ ਡਾਕਟਰ ਦੇ ਨਾਲ ਸਾਇੰਟਿਸਟ ਨਾਲ ਆਪਾਂ ਗੱਲ ਕਰਦੇ ਸੀਗੇ ਤੇ ਕਿਸੇ ਨੂੰ ਕੁਛ ਨਹੀਂ ਸੀ ਪਤਾ। ਆਮ ਲੋਕਾਂ ਜਿੰਨਾ ਹੀ ਮੈਡੀਕਲ ਸਟਾਫ ਨੂੰ, ਲੋਕਾਂ ਨੂੰ, ਐਕਸਪਰਟਸ ਨੂੰ ਪਤਾ ਸੀਗਾ ਵੀ ਇਹ ਕੀ ਬਿਮਾਰੀ ਆ, ਕੀ ਵਾਇਰਸ ਆ। ਪਰ ਇਹਦੇ ਵਿੱਚ ਹੁਣ ਬੜੀ ਤੇਜ਼ੀ ਨਾਲ ਉਦੋਂ ਤੋਂ ਫਿਰ ਜਦੋਂ ਇਹ ਵੱਖ-ਵੱਖ ਵੇਰੀਐਂਟਸ ਤੇ ਵੀ ਰਿਸਰਚ ਕਰਨਾ ਜੁਟੇ ਹੋਏ ਨੇ, ਵੈਕਸੀਨਸ ਆਈਆਂ ਹੋਈਆਂ, ਗੋਲੀਆਂ ਆਈਆਂ ਹੋਈਆਂ, ਹੋਰ ਮਤਲਬ ਕਾਫੀ ਪ੍ਰੋਗਰੈਸ ਜਿਹੜੀ ਆ ਵੀ ਇਹਦੇ ਬਚਾਓ ਦੇ ਲਈ ਕੀਤੀ ਜਾ ਸਕੀ ਆ। ਭਾਵੇਂ ਕਿ ਜੀ ਵੀ ਇਹ ਹੁਣ ਪਿੱਛੇ ਗੱਲਾਂ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਵੀ ਸਾਨੂੰ ਇਸ ਧਰਤੀ ਦੇ ਉੱਤੇ ਮਨੁੱਖਾਂ ਨੂੰ ਇਹ ਵਾਇਰਸ ਦੇ ਨਾਲ ਜੀਣਾ ਸਿੱਖਣਾ ਪਊਗਾ, ਇਹਦੇ ਨਾਲ ਰਹਿਣਾ ਸਿੱਖਣਾ ਪਊਗਾ। ਸੋ ਇਹਦੇ ਨਾਲ ਇਹ ਹੈ ਜੀ ਪ੍ਰੀਕਾਸ਼ਨਸ ਲੈਂਦੇ ਹੋਏ, ਜਾਣੀ ਕਿ ਇਸ ਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੋਏਗੀ। ਸੋ ਵੈਕਸੀਨ ਜਿਹੜੀ ਆ ਉਹ ਟੂਲ ਉਪਲਬਧ ਹੈ। ਇਹਦੇ ਨਾਲ ਹੀ ਡਾਕਟਰਸ ਕੋਲ ਜਿਹੜਾ ਜੀ ਵੀ ਇਹ ਮੈਡੀਕਲ ਐਕਸਪਰਟਸ ਦੇ ਕੋਲ ਜਿਹੜਾ ਜੀ ਵੀ ਟੈਬਲੇਟਸ ਵੀ ਆ ਚੁੱਕੀਆਂ ਕੋਵਿਡ ਤੋਂ ਬਚਾਅ ਤੇ, ਜਾਂ ਅਗਾਂਹ ਫਰਦਰ ਰਿਸਰਚ ਜਿਹੜੀਆਂ ਹੋਰ ਵੀ ਹੋਣੀਆਂ ਜਾ ਰਹੀਆਂ। ਪਰ ਇਸੇ ਦੌਰਾਨ ਇਹ ਆ ਜੀ ਵੀ ਸੰਸਾਰ ਆਪਾਂ ਦੇਖ ਰਹੇ ਹਾਂ ਵੀ ਹੌਲੀ ਹੌਲੀ ਬੈਕ ਟੂ ਨਾਰਮਲ ਹੋ ਰਹੇ ਨੇ। ਇੱਥੇ ਓਨਟਾਰੀਓ ਵਿੱਚ ਵੀ ਆਪਾਂ ਦੇਖ ਰਹੇ ਹਾਂ ਵੀ ਵੈਕਸੀਨ ਪਾਸਪੋਰਟ ਆ ਜਿਹੜਾ 1 ਤਰੀਕ ਨੂੰ ਚੱਕਿਆ ਜਾਣਾ। ਇਹਦੇ ਨਾਲ ਹੀ ਫਿਰ ਜਿਹੜੀ ਮਾਸਕ ਦੀ ਡਿਸਕਸ਼ਨ ਤੇ ਬਾਕੀ ਫਿਜ਼ੀਕਲ ਡਿਸਟੈਂਸ ਵਾਲੀ ਗੱਲ ਤਾਂ ਹੁਣ ਕਿਤੇ ਚਲੀ ਗਈ ਲੱਗਦੀ ਆ, ਉਹ ਤੇ ਆਮ ਨਜ਼ਰ ਆਉਂਦੀ ਆ ਜਿੱਥੇ ਜਿੱਥੇ ਵੀ ਆਪਾਂ ਜਾਂਦੇ ਹਾਂ। ਸੋ ਪਹਿਲਾਂ ਦੇ ਮੁਕਾਬਲੇ ਜਿਹੜਾ ਜੀ ਵੀ ਹੁਣ ਮੈਡੀਸਿਨ ਬੈਟਰ ਜਿਹੜਾ ਜੀ ਪ੍ਰੋਗਰੈਸ ਕਰ ਗਈ ਹੋਣ ਕਰਕੇ ਇਸ ਵਾਇਰਸ ਦੇ ਖਿਲਾਫ, ਸੋ ਲੱਗ ਰਿਹਾ ਵੀ ਹੁਣ ਇਹ ਸ਼ਟਡਾਊਨ, ਲੋਕਡਾਊਨ ਤੋਂ ਬਿਨਾਂ ਜਿਹੜਾ ਜੀ ਸੰਸਾਰ ਨੂੰ ਅੱਗੇ ਚਲਾਇਆ ਜਾ ਸਕਦਾ, ਕਿਉਂਕਿ ਮੌਤ ਦਾ ਤਾਂਡਵ, ਮੌਤ ਦਾ ਖਤਰਾ ਜਿਹੜਾ ਕਾਫੀ ਘੱਟ ਚੁੱਕਾ ਜੀ। ਦੋਸਤੋ, ਭਾਵੇਂ ਕਿ ਦੁਨੀਆ ਭਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਆਪਾਂ ਪੜ੍ਹ ਕੇ, ਮੈਂ ਵੀ ਪੜ੍ਹ ਕੇ ਬੈਠਾ, ਕੁਝ ਖਬਰਾਂ ਵੱਡੀਆਂ ਵੱਡੀਆਂ ਅਖਬਾਰਾਂ ਨੇ ਮਿਲਾਤੀਆਂ, ਪਰ ਜਿਹੜੀ ਖਬਰ ਹੈ ਕਿ ਅਜੇ ਯੂਕਰੇਨ ਦੇ 2 ਸੂਬਿਆਂ ਦੇ ਵਿੱਚ ਸਿਰਫ ਇਸ਼ਾਰਾ ਸ਼ੁਰਾ ਹੋਇਆ ਹੋ ਸਕਦਾ, ਪਰ ਫੌਜਾਂ ਦਾਖਲ ਨਹੀਂ ਹੋਈਆਂ। ਪਰ ਵੱਡੀਆਂ ਵੱਡੀਆਂ ਅਖਬਾਰਾਂ ਨੇ ਤਾਂ ਟੈਂਕ ਵਾੜ ਕੇ ਤਾਂ ਲਹੂ ਲੁਹਾਨ ਸੀਨ ਵੀ ਬਣਾ ਕੇ ਤੇ ਆਪਣੀਆਂ TRP ਵਧਾਉਣੀ ਸ਼ੁਰੂ ਕਰਤੀਆਂ। ਕਿਉਂ ਜੌਲ ਸਾਹਿਬ? ਬਿਲਕੁਲ ਨਹੀਂ ਜੀ, ਅਜੇ ਦੇਖੋ ਆਰਡਰ ਕਹਿੰਦੇ ਜੀ ਵੀ ਕਰ ਦਿੱਤੇ ਆ, ਤੇ ਐਕਟੀਵਿਟੀ ਆ ਜਿਹੜੀ ਕਈ ਉਹਦੇ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਹੀ ਆ ਜੀ ਕਈ ਕਲਿੱਪਸ ਵਗੈਰਾ ਲੋਕ ਮਿਸਗਾਈਡ ਹੋ ਰਹੇ ਆ। ਹਜੇ ਅਫੀਸ਼ੀਅਲੀ ਜਿਹੜਾ ਵੀ ਬਾਰਡਰ ਆ ਉਹ ਰਸ਼ੀਅਨ ਫੌਜਾਂ ਨੇ ਕ੍ਰਾਸ ਨਹੀਂ ਕੀਤਾ ਯੂਕਰੇਨ ਦੇ ਵਿੱਚ।
ਸੋ ਕ੍ਰਾਸ ਹੋਏਗਾ ਤੇ ਆਪਾਂ ਦੇਖਾਂਗੇ ਨੈਟੋ ਦੀ ਐਕਟੀਵਿਟੀ ਇਧਰ ਲੈਂਗੁਏਜ ਜਿਹੜੀ ਕੈਨੇਡਾ ਦੇ ਵਿੱਚ US ਦੇ ਵਿੱਚ ਉਹ ਤੁਰੰਤ ਬਦਲ ਜਾਣੀਆਂ ਪਾਬੰਦੀਆਂ ਜਿਹੜੀਆਂ ਜੀ ਤੇ ਆਪਾਂ ਦੇਖ ਰਹੇ ਹਾਂ ਕਿ ਉੱਥੇ ਜਰਮਨੀ ਤੋਂ ਵੈਸੇ ਕੰਮ ਸ਼ੁਰੂ ਵੀ ਹੋ ਗਿਆ ਕਿ ਉਹਨਾਂ ਨੇ ਆਪਣਾ ਪਾਈਪਲਾਈਨ ਦਾ ਜਿਹੜਾ ਪ੍ਰੋਜੈਕਟ ਆ ਉਹ ਕੈਂਸਲ ਕਰ ਦਿੱਤਾ, ਸਸਪੈਂਡ ਕਰ ਦਿੱਤਾ ਰਸ਼ੀਆ ਦੇ ਨਾਲ। ਤੇ ਵੀ ਇਸੇ ਤਰੀਕੇ ਦੇ ਨਾਲ ਇਹ ਹੈ ਜੀ ਕਿ ਅਜੇ ਫੌਜਾਂ ਨੇ ਜਿਹੜਾ ਉੱਥੇ ਕ੍ਰਾਸ ਨਹੀਂ ਕੀਤਾ, ਪਰ ਥ੍ਰੈਟ ਜਿਹੜੀ ਆ ਲੇਕਿਨ ਬਹੁਤ ਵੱਡੀ ਬਣੀ ਹੋਈ ਹੈ। ਜੌਲ ਸਾਹਿਬ ਆਪਾਂ ਕੱਲ ਗੱਲ ਕੀਤੀ ਸੀਗੀ ਔਰ ਗੱਲ ਉਹ ਥੈਂਕਸ ਵਾਲੀ ਵੀ ਆ ਗਈ ਨਹੀਂ ਵਿੱਚ ਹੀ, ਮੈਂ ਕਿਉਂਕਿ ਮੇਰੇ ਕੋਲ ਰਹਿ ਨਹੀਂ ਹੁੰਦਾ। ਕੱਲ ਆਪਾਂ ਜਦੋਂ ਕੀਤੀ ਸੀ ਵੀਜ਼ਾ ਵਾਲੀ ਗੱਲ ਹੈ ਨਾ, ਤਾਂ ਕਾਫੀ ਅਸਰ ਹੋਇਆ, ਬਹੁਤ ਸਾਰੇ ਫੋਨ ਕਾਲਸ ਵੀ ਆਏ, ਕਵਿਤਾਵਾਂ ਨੂੰ ਵੀ ਪਸੰਦ ਕੀਤਾ, ਸਾਡੇ ਮਾਤਾ ਜੀ ਦੇ ਵੀ ਫੋਨ ਆਏ ਕਾਲ। ਅਤੇ ਹਾਂਜੀ ਜਿਹੜੇ ਸਾਡੇ ਗੋਲਡ ਮੈਡਲਿਸਟ ਸੀ ਸਭ ਤੋਂ ਪਹਿਲਾਂ ਜਿਹੜੇ ਮਾਤਾ ਕਪੂਰ ਕੌਰ ਜੀ, ਹਾਂਜੀ ਉਹਨਾਂ ਨੇ ਵੀ ਚਲਾਇਆ, ਕੁਝ ਹੋਰ ਵੀਰਾਂ ਦੇ 2-4 ਫੋਨ ਇਹੋ ਜਿਹੇ ਆਏ ਕਿ ਯਾਰ ਵਾਕਿਆ ਹੀ ਅਸੀਂ ਤਾਂ ਪੈਸੇ ਦੇ ਕੇ ਟੂਰਿਸਟ ਵੀਜ਼ਾ ਲਵਾਇਆ। ਉਹ ਮੈਂ ਕਿਹਾ ਭਲੇ ਉਹ ਅਸੀਂ ਵੀ ਲਵਾਇਆ ਤਾਂ ਹੁੰਦਾ, ਪਰ ਆਪਾਂ ਵਿਜ਼ਟਰ ਵੀਜ਼ਾ ਲਵਾਇਆ ਕਰੀਏ, ਆਪਾਂ ਵਿਜ਼ਿਟ ਕਰਨ ਜਾਂਦੇ ਉੱਥੇ। ਹਾਂਜੀ ਆਪਣੇ ਭੈਣ ਭਰਾ ਦੋਸਤ ਮਿੱਤਰ ਆਪਾਂ ਉਹਨਾਂ ਕੋਲ ਵਿਜ਼ਿਟ ਕਰਨ ਜਾਂਦੇ ਹਾਂ। ਟੂਰਿਸਟ ਦਾ ਮਤਲਬ ਸਾਨੂੰ ਵੀਜ਼ਾ ਅਪਲਾਈ ਕਰਨ ਦੀ ਲੋੜ ਨਹੀਂ, ਪਰ ਉੱਥੇ ਥੋੜ੍ਹਾ ਜਿਹਾ ਫੀਸ ਹੁੰਦੀ ਹੈ ਮੇਰੇ ਖਿਆਲ 'ਤੇ ਵੱਧ। ਵਿਜ਼ਟਰ ਵੀਜ਼ੇ ਦੀ ਥੋੜ੍ਹੀ ਜਿਹੀ ਫੀਸ ਅਲੱਗਾ ਹੁੰਦੀ ਹੈ, ਵੱਖਰੀ ਹੁੰਦੀ ਹੈ, ਉਹ ਪੁੱਛ ਲਿਆ ਕਰੋ। ਪਰ ਜੇ ਸਰਕਾਰ ਜੀ ਨੂੰ ਕਹੋ ਕਹਿੰਦੇ ਵੀ ਤੁਸੀਂ ਸਾਡੀਆਂ ਆਵਾਜ਼ਾਂ ਪਹੁੰਚ ਜਾਂਦੀਆਂ ਨੇ ਕਿ ਬਹੁਤ ਸਾਰੇ ਨੇ ਜਿਹੜਾ 5-10 ਸਾਲ ਦਾ ਟੂਰਿਸਟ ਵੀਜ਼ਾ ਹੀ ਲਵਾ ਕੇ ਰੱਖਿਆ ਹੋਇਆ, ਜੇ ਦੁਨੀਆ ਖੁੱਲ੍ਹ ਗਈ ਹੈ ਤਾਂ ਉਹ ਵੀ ਹਰੀ ਝੰਡੀ ਦੇ ਦੇਣੀ ਚਾਹੀਦੀ ਹੈ ਕਿ ਬਈ ਠੀਕ ਹੈ ਜੀ ਵੈਲਿਡ ਆ। ਜਿਨ੍ਹਾਂ ਨੇ ਇੰਡੀਅਨ ਜੰਪਾਲ ਨੇ ਅਤੇ ਉਹਨਾਂ ਨੇ ਵੀਜ਼ੇ ਲਵਾਏ ਨੇ, ਮੇਰੇ ਖਿਆਲ ਦੇ ਵਿੱਚ ਚਲੋ ਆਵਾਜ਼ ਪਹੁੰਚ ਜਾਣੀ ਹੈ, ਤੁਹਾਨੂੰ ਵੀ ਆਏ ਹੋਣਗੇ। ਬੇਅੰਤ ਜੀ ਲੋਕ ਤਾਂ ਹੁਣ ਸਮਝਦੇ ਜਦੋਂ ਆਪਾਂ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਕੁਝ ਰੈਗੂਲਰਲੀ ਇੱਕ ਹਫ਼ਤਾ ਦੇ ਦਈਏ ਤੇ ਉਹਨਾਂ ਨੂੰ ਲੱਗਦਾ ਵੀ ਫਿਰ ਇਹ ਵੀਜ਼ਾ ਦੇ ਐਕਸਪਰਟ ਆ। ਹਾਂ ਇੰਪਲੋਈ ਆ ਗੌਰਮੈਂਟ ਦੇ, ਧੰਨਵਾਦ ਵੀ ਨਹੀਂ ਕਰਦੇ ਮੁੜ ਕੇ। ਅੱਛਾ ਚੰਗਾ ਹਾਂਜੀ ਜੋ ਭੈਣ ਭਰਾ ਚਲੋ ਕੋਲੋਂ ਕਈ ਵਾਰੀ ਗੱਲ ਅੱਧੀ ਬਣਾ ਲਈ ਜਾਂਦੀ ਆ, ਮਿਹਰਬਾਨੀ। ਸਾਡਾ ਕੰਮ ਜਿਹੜਾ ਜੀ ਪੁਲ ਬਣਨਾ ਆ, ਇੱਕ ਸਟਰੋਂਗ ਅਸੀਂ ਐਨ ਨਿਰਪੱਖ ਪੁਲ ਹੋਈਏ ਪ੍ਰਸ਼ਾਸਨ ਤੇ ਭੈਣ ਭਰਾਵਾਂ ਦੇ ਵਿਚਕਾਰ, ਹਨਾ। ਸੋ ਇਹਦੇ ਵਿੱਚ ਇਹ ਨਹੀਂਗਾ ਵੀ ਜੇ ਅਸੀਂ ਜਸਟਿਨ ਟਰੂਡੋ ਉਹਨਾਂ ਦੀ ਅੱਜ ਗੱਲ ਕਰ ਰਹੇ ਹਾਂ ਤੇ ਉਹਨਾਂ ਦੇ ਨਾਲ ਸਾਡੀ ਕੋਈ ਸਾਂਝ ਭਿਆਲੀ ਆ, ਜੇ ਅੱਜ ਅਸੀਂ ਕੋਈ ਕੰਜ਼ਰਵੇਟਿਵ ਜਾਂ NDP ਦੀ ਗੱਲ ਕਰ ਰਹੇ ਹਾਂ ਤੇ ਉਹਨਾਂ ਦੇ ਨਾਲ ਸਾਂਝ ਭਿਆਲੀ ਆ, ਨਹੀਂ। ਅਸੀਂ ਇੱਕ ਮੀਡੀਆ ਇੱਕ ਪੁਲ ਆ, ਜਿੱਦਣ ਜਿਹਦੀ ਗੱਲ ਹੋਊਗੀ ਉਦੋਂ ਉਹਦੀ ਕਰਾਂਗੇ, ਹਨਾ ਜੀ। ਇੱਦਾਂ ਜੇ ਕੋਈ ਕੌਂਸੂਲੇਟ ਵੀਜ਼ਾ ਦੇ ਨਾਲ ਤੁਹਾਡੇ ਇਸ਼ੂਜ਼ ਆ ਤੇ ਉਹ ਰਿਜ਼ੋਲਵ ਕਰਨ ਦੇ ਵਿੱਚ ਹੈਲਪਫੁਲ ਕਮਿਊਨਿਟੀ ਦੇ ਨਾਲ ਹੋਣਾ ਉਹ ਸਾਡਾ ਫਰਜ਼ ਬਣਦਾ। ਉਹ ਫਰਜ਼ ਸਮਝਦੇ ਆ, ਸਾਨੂੰ ਉਹਨਾਂ ਦੇ ਨਾਲ ਕੰਟੈਕਟ ਕਰਨਾ ਪੈਂਦਾ। ਇਹ ਨਹੀਂਗਾ ਵੀ ਸਾਡੀ ਉਹਨਾਂ ਨਾਲ ਕੋਈ ਸਾਂਝ ਭਿਆਲੀ ਆ, ਉਹ ਕਦੇ ਨਾ ਹੋਈ ਆ ਨਾ ਹੋਣੀ ਆ, ਹਨਾ। ਜੇ ਕੋਈ ਐਵੇਂ ਕੋਈ ਕੋਲੋਂ ਗੱਲਾਂ ਬਣਾਈਆਂ ਤੇ ਉਹਨਾਂ ਦੀ ਆਪਣੀ ਸੋਚ ਹੋਏਗੀ ਭੈਣ ਭਰਾਵਾਂ ਦੀ। ਧੰਨਵਾਦੀ ਆ ਪਰ ਹਰ ਇੱਕ ਦੇ ਸਾਡੇ ਵੱਲੋਂ ਇਹ ਆ ਜੀ ਭਈ ਇਹ ਵੀਜ਼ਾ ਜਿਨ੍ਹਾਂ ਨੂੰ ਟੂਰਿਸਟ ਇਸ਼ੂ ਹੋਇਆ ਚਾਵਲਾ ਜੀ, ਇਹ ਸਮੁੱਚੇ ਰੂਪ ਦੇ ਵਿੱਚ ਐਨਾਲਾਈਜ਼ ਕਰਨ ਤੋਂ ਬਾਅਦ ਸਮਝ ਇਹ ਆਉਂਦੀ ਆ ਵੀ ਇਹਦੇ ਵਿੱਚ ਐਪਲੀਕੈਂਟਸ ਦਾ, ਸਾਡੇ ਭੈਣ ਭਰਾਵਾਂ ਦਾ ਕੋਈ ਕਸੂਰ ਨਹੀਂ। ਉਹਨਾਂ ਨੇ ਤਾਂ ਭਾਰਤ ਜਾਣ ਲਈ ਵੀਜ਼ਾ ਅਪਲਾਈ ਕੀਤਾ ਜੀ, ਪੈਸੇ ਦਿੱਤੇ, ਉਹਨਾਂ ਨੇ ਗਾਂ ਦੇਤਾ, ਉਹਨਾਂ ਨੇ ਲੈ ਕੇ ਗਾਂ ਤੁਰ ਪਏ। ਹੁਣ ਉਹ ਟੂਰਿਸਟ ਦੇਤਾ, ਐਂਟਰੀ ਦੇਤਾ, ਵਿਜ਼ਿਟਰ ਦੇਤਾ, ਉਹ ਭੈਣ ਭਰਾਵਾਂ ਨੂੰ ਤੇ ਵੀਜ਼ਾ ਉੱਥੇ ਜਾਣ ਨੂੰ ਚਾਹੀਦਾ। ਵੇਖਦੇ ਨਹੀਂ ਇਹਦੀ ਵੀ ਲੱਗਦਾ ਥੋੜਾ ਜਿਹਾ ਜਿਹੜਾ ਟੂਰਿਸਟ ਧੜਾ ਜਾਰੀ ਕੀਤੇ ਗਏ ਨਾ ਵੀਜ਼ੇ, ਉਹ ਬਾਅਦ ਦੇ ਵਿੱਚ ਜਦੋਂ ਲੇਟਰ ਉਹਨਾਂ ਨੂੰ ਗਲਤੀ ਦਾ ਅਹਿਸਾਸ ਹੋਇਆ ਤੇ ਉਹਨਾਂ ਨੇ ਬੰਦ ਵੀ ਕਰ ਦਿੱਤੇ। ਕਦੇ ਕਰਕੇ ਹੀ ਆ ਕਿ ਜਿਨ੍ਹਾਂ ਦੇ ਪਾਸਪੋਰਟ 'ਚ ਇਹ T1 T2 ਟੂਰਿਸਟ ਵੀਜ਼ੇ ਲੱਗੇ ਹੋਏ ਆ ਨਾ ਲੌਂਗ ਟਰਮ ਦੇ, ਉਹ 90% ਆ, 10% ਉਹ ਆ ਜਿਨ੍ਹਾਂ ਦੇ X ਜਾਂ V ਜਾਂ ਇਸ ਤਰ੍ਹਾਂ ਹੋਰ ਕੈਟਾਗਰੀਜ਼ ਦੇ ਹੈਗੇ ਆ। ਹੁਣ ਲੇਕਿਨ ਕਿ ਨਵੇਂ ਵੀਜ਼ੇ ਟੂਰਿਸਟ ਕਿਸੇ ਨੂੰ ਜਾਰੀ ਨਹੀਂ ਹੁੰਦੇ, ਜਿਹੜੇ ਭਾਰਤੀ ਮੂਲ ਦੇ ਲੋਕ ਆ ਸਪੈਸ਼ਲੀ, ਉਹਨਾਂ ਨੂੰ ਹੋਰ ਕੈਟਾਗਰੀਜ਼ ਦੇ ਵੀਜ਼ਾ ਮਿਲਦੇ ਆ। ਪਰ ਇਹ ਜੋ ਪਿੱਛੇ ਹੋ ਚੁੱਕਾ ਉਹਨੂੰ ਹੁਣ ਰਿਵਰਸ ਨਹੀਂ ਕੀਤਾ ਜਾ ਸਕਦਾ। ਪਰ ਇਸ ਵੇਲੇ ਆਪਾਂ ਇਹ ਗੱਲ ਉਠਾ ਰਹੇ ਹਾਂ ਕਿ ਜਿਹੜਾ ਇਹ ਟੂਰਿਸਟ ਵੀਜ਼ਾ ਨਵਾਂ ਵੀ ਤੇ ਦੇ ਹੀ ਰਹੇ ਹੋ, ਤੇ ਜਿਹੜੇ ਪੁਰਾਣੇ ਲੱਗੇ ਆ ਉਹਨਾਂ ਨੂੰ ਵੈਲੀਡੇਟ ਕਰਨ ਦੇ ਵਿੱਚ ਹਰਜ ਕੀ ਆ? ਹਰਜ ਕੀ ਆ? ਬਿਲਕੁਲ ਸਹੀ ਗੱਲ ਹੈ ਜੀ, ਸਹੀ ਗੱਲ ਹੈ। ਲੋਕਾਂ ਦੀ ਖੱਜਲ ਖੁਆਰੀ ਖਤਮ ਹੋ ਜੂਗੀ। ਨੈਕਸਟ ਟਾਈਮ ਉਹ ਜਿਹੜਾ ਫੋਰਮ ਹੈ ਪਰ ਲੱਗਿਆ ਵੀ, ਅਸੀਂ ਵੀ ਜਾਗਰਤੀ ਪਹਿਲਾਂ ਵੀ ਪੈਦਾ ਕੀਤੀ ਸੀਗੀ ਕਿ ਸਾਨੂੰ ਜਿਹੜੇ ਅਸੀਂ ਇੰਡੀਅਨ ਜੰਪ ਵਾਲੇ ਇੱਥੇ ਆਏ ਹਾਂ, ਕੈਨੇਡੀਅਨ ਸਿਟੀਜ਼ਨ ਲੈ ਲਈ ਹੈ, ਸਾਨੂੰ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੀਦਾ। ਪੁੱਛ ਕੇ ਟਰੈਵਲ ਏਜੰਟ ਕੋਲੋਂ ਵੀ ਜਾਂ ਆਪ ਵੀ ਭਰਦੇ ਆ ਤਾਂ ਵਿਜ਼ਟਰ ਵੀਜ਼ੇ ਲਈ ਅਪਲਾਈ ਕਰੋ। ਅੱਛਾ ਚਲੋ ਜੌਲ ਸਾਹਿਬ, ਹੁਣ ਜੇ ਆਪਾਂ ਗੱਲ ਕਰੀਏ ਸਾਡੇ ਇੱਥੇ ਵਾਰਦਾਤਾਂ ਤਾਂ ਦੁਨੀਆ ਭਰ ਦੇ ਵਿੱਚ ਹੀ ਵੱਧਦੀਆਂ ਜਾ ਰਹੀਆਂ ਨੇ, ਔਰ ਜੇ ਆਪਾਂ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਅੱਜ ਇੱਥੇ ਜੇ ਨਿਗਾਹ ਮਾਰੀ ਜਾਵੇ ਵੈਸੇ ਤਾਂ 22ਵੇਂ ਜਿਹੜਾ 2022 ਸਾਲ ਦਾ ਜਿਹੜਾ ਸੰਨ ਚੱਲ ਰਿਹਾ ਹੈ, 53 ਦਿਨ ਹੋ ਗਏ ਨੇ ਅੱਜ। ਅੱਜ 53 ਗੁਜ਼ਰ ਰਹੇ ਆ। ਹਾਂਜੀ ਜੀ, ਪਰ ਇਹ ਗੱਲ ਤੁਸੀਂ ਬੜੀ ਨੁਕਤਾ ਉਠਾਇਆ ਹੈ, ਕਿਉਂਕਿ ਜਿਹੜੇ ਇਹ ਮਰਡਰਸ ਹੋ ਰਹੇ ਨਾ ਜੀ, ਵੀ ਆਪਣੇ ਲਾ ਲਓ ਵੀ ਟੋਰੰਟੋ 'ਚ ਤਾਂ 14 ਹੋ ਚੁੱਕੇ ਆ। ਪਰ ਇਹਦੇ ਵਿੱਚ ਹੈਰਾਨੀਜਨਕ ਇਸ ਸਾਲ ਪਿਛਲੇ 52 ਦਿਨਾਂ ਦੇ ਵਿੱਚ ਇਹ ਦੇਖੀ ਗਈ ਆ ਵੀ ਔਰਤਾਂ ਦਾ ਔਰਤਾਂ ਨੂੰ ਕਤਲ ਕਰਨਾ, ਔਰਤਾਂ ਦਾ ਔਰਤਾਂ ਨੂੰ ਕਤਲ ਕਰਨਾ ਹੈ ਨਾ ਜੀ। ਹਾਂ, ਇਹ 3 ਘਟਨਾਵਾਂ ਵਾਪਰ ਚੁੱਕੀਆਂ ਮੇਜਰ, ਇੱਥੇ ਬਰੈਂਪਟਨ ਦੇ ਵਿੱਚ, ਟੋਰੰਟੋ ਦੇ ਵਿੱਚ ਤੇ ਕੱਲ ਪਿਕਰਿੰਗ ਦੇ ਵਿੱਚ ਹੈ ਨਾ। ਔਰਤ ਫੜ ਹੋਈ ਹੈ 72 ਸਾਲ ਦੀ ਬਜ਼ੁਰਗ, ਉੱਤੇ ਜਾਣੀ ਕਤਲ ਦਾ ਮੁਕੱਦਮਾ ਦਰਜ ਹੋਇਆ ਵੀ ਜੰਗਲ ਦੇ ਵਿੱਚੋਂ ਲਾਸ਼ ਹੈ ਜਿਹੜੀ ਇੱਕ ਹੋਰ ਫੀਮੇਲ ਦੀ ਮਿਲੀ ਆ,
ਤੇ ਵੀ ਉਹਦੀ ਜਾਂਚ ਪੜਤਾਲ ਤਾਂ ਹਜੇ ਜਾਰੀ ਆ ਵੀ ਇਹ ਕਿੱਦਾਂ ਸਭ ਕੁਝ ਵਾਪਰਿਆ, ਪਰ ਸਸਪੈਕਟ ਜਿਹੜੀ ਵੀ ਇਹ ਕੋਈ ਉਹਦਾ ਨਾਲ ਰਿਸ਼ਤਾ ਜਾਂ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਜ਼ਰੂਰ ਆ ਵੀ ਜੇ ਇੱਕਦਮ ਇਹ ਅਰੈਸਟ ਹੋਣ ਤੋਂ ਬਾਅਦ ਇਹਦੀ ਇਨਵੈਸਟੀਗੇਸ਼ਨ ਇਦਾਂ ਸ਼ੁਰੂ ਹੋਈ ਆ। ਇਦਾਂ ਹੀ ਆਪਾਂ ਦੇਖਿਆ ਸੀਗਾ ਬਰੈਂਪਟਨ ਦੇ ਵਿੱਚ ਸਟੋਰ ਦੇ ਵਿੱਚ ਇਹ ਕੁੜੀ ਨੇ ਦੂਜੀ ਕੁੜੀ ਨੂੰ ਚਾਕੂ ਮਾਰ ਦਿੱਤਾ ਸੀਗਾ ਅੱਧੀ ਰਾਤ ਤੋਂ ਬਾਅਦ। ਇਹ ਨਵਾਂ ਸਾਲ ਜਨਵਰੀ 'ਚ ਜਦੋਂ ਸ਼ੁਰੂ ਹੋਇਆ ਸੀਗਾ ਉਦੋਂ ਟੋਰੰਟੋ ਦੇ ਵਿੱਚ ਵੀ ਇਦਾਂ ਜਾਣੀ ਕਿ ਇੱਕ ਫੀਮੇਲ ਨੇ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਦੂਜੀ ਫੀਮੇਲ ਨੂੰ ਚਾਕੂ ਮਾਰ ਕੇ ਕਤਲ ਹੀ ਕਰ ਦਿੱਤਾ ਸੀਗਾ। ਸੋ ਵੀ ਇਹ ਜਿਹੜੇ ਵਾਇਓਲੈਂਟਲੀ ਐਕਟਸ ਹੈਗੇ ਇਸ ਤਰ੍ਹਾਂ ਦੇ ਫੀਮੇਲਸ ਦੇ ਵੱਲੋਂ ਫੀਮੇਲਸ ਦੇ ਉੱਤੇ ਇਹ ਆਮ ਤੌਰ ਤੇ ਘੱਟ ਦੇਖਣ ਨੂੰ ਮਿਲਦੇ ਆ। ਪਰ ਇਸ ਚੜ੍ਹੇ ਸਾਲ ਦੇ ਵਿੱਚ ਕਹ ਲਓ ਵੀ ਜੇ ਹੋਰ ਕੋਈ ਚੰਗੀ ਗੱਲ ਨਵੀਂ ਨਹੀਂ ਦਿਖ ਰਹੀ ਤਾਂ ਆਹ ਨਵੀਂ ਗੱਲ ਜ਼ਰੂਰ ਆ ਵੀ ਜਾਣੀ ਔਰਤਾਂ ਦੇ ਦੁਆਲੇ ਚਾਕੂ ਫੜ ਕੇ ਕਾਫੀ ਹੋ ਰਹੀਆਂ ਜੀ। ਸੈਡ ਹੈ ਜੀ। ਅੱਛਾ ਜੀ, ਆਪਾਂ ਬਰੈਂਪਟਨ ਆਸ-ਪਾਸ ਕੱਲ ਰਾਤੀ ਵੀ ਅਸੀਂ ਖਬਰ ਸੁਣਾਈ ਸੀ, ਗੱਲਬਾਤ ਵੀ ਕੀਤੀ ਸੀ ਕਿ ਅਜੇ ਖਤਰਾ ਜਿਹੜਾ ਹੈ ਉਹ ਫਲੱਡ ਦਾ ਮੰਡਰਾ ਰਿਹਾ ਹੈ। ਹਾਂਜੀ, ਸਰਕਾਰ ਵੀ ਚਿੰਤਾ ਦੇ ਵਿੱਚ ਹੈ, ਆਲੇ ਦੁਆਲੇ ਦੇ ਲੋਕ ਵੀ ਚਿੰਤਾ ਦੇ ਵਿੱਚ ਹੈ। ਤੀਲਾ ਜੋੜ ਕੇ ਜਿਨ੍ਹਾਂ ਨੇ ਘਰ ਬਣਾਇਆ ਹੁੰਦਾ ਉਹਨਾਂ ਦੀ ਚਿੰਤਾ ਤਾਂ ਭਾਈ ਉਹੀ ਜਾਣਦੇ ਨੇ, ਜਿਸ ਤਾਂ ਲੱਗੇ ਸੋ ਤਨ ਜਾਣੇ, ਕੌਣ ਜਾਣੇ ਪੀੜ ਪਰਾਈ। ਹਾਂਜੀ, ਸੋ ਜਿਵੇਂ ਆਪਾਂ ਹਰ ਗੱਲ ਕਰਦੇ ਹਾਂ, ਇਹ ਸਾਡੇ ਆਲੇ ਦੁਆਲੇ ਇੱਕ ਬਹੁਤ ਵੱਡਾ, ਹਾਂਜੀ, ਖਾਸ ਤੌਰ 'ਤੇ ਜਿਹੜੇ ਜਿਨ੍ਹਾਂ ਏਰੀਆ ਦੇ ਵਿੱਚ ਪਾਣੀ ਦੀ ਵਧਣ ਦੀ ਸੰਭਾਵਨਾ ਹੈ, ਹਾਂਜੀ, ਉੱਥੇ ਮੰਡਰਾ ਰਿਹਾ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂ ਜੀ, ਦੇਖੋ ਵੀ ਪਿਛਲੇ ਵੀਕ ਦੇ ਦੌਰਾਨ ਖਾਸ ਤੌਰ ਤੇ ਬਰੈਂਪਟਨ ਦੇ ਵਿੱਚ ਸਾਊਥ ਤੇ ਵੈਸਟਰਨ ਏਰੀਆ ਦੇ ਵਿੱਚ ਚਰਚਲ ਤੇ ਸਟੀਲ ਏਰੀਆ ਦੇ ਵਿੱਚ ਕਾਫੀ ਜਿਹੜਾ ਕਿ ਪਾਣੀ ਦਾ ਨੁਕਸਾਨ ਹੋਇਆ। ਬਹੁਤ ਸਾਰੇ ਲੋਕਾਂ ਨੂੰ ਘਰ ਛੱਡ ਕੇ ਜਾਣਾ ਪਿਆ। ਉਹਨਾਂ ਲੋਕਾਂ ਨੂੰ ਹੁਣ ਹੌਲੀ ਹੌਲੀ ਵਾਪਸ ਪਰਤੇ ਨੇ। ਪਰ ਦੂਸਰੇ ਪਾਸੇ ਟੈਂਪਰੇਚਰ ਕਿਉਂਕਿ ਅੱਜ ਫੇਰ ਵਧਿਆ ਹੋਇਆ, ਸਨੋ ਜਿਹੜੀ ਹੈ ਇੱਕ ਤੇ ਮੈਲਟ ਹੋਣੀ ਆ, ਦੂਸਰਾ ਮੌਸਮ ਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਵੀ ਜਿਹੜੀ ਗਾਂ ਹੁਣ ਵਰਖਾ ਭਾਰੀ ਹੋ ਸਕਦੀ ਹੈ ਕੁਝ ਇਲਾਕਿਆਂ ਦੇ ਵਿੱਚ। ਉਹਦੇ ਨਾਲ ਫਿਰ ਨੀਵੀਆਂ ਥਾਵਾਂ ਤੇ ਪਾਣੀ ਹੋਰ ਵਧੂਗਾ ਜੀ। ਕ੍ਰੈਡਿਟ, ਵਿਊ ਰਿਵਰ ਸਮੇਤ ਬਹੁਤ ਸਾਰੇ ਜਿਹੜੇ ਹੋਰ ਦਰਿਆ, ਨਦੀਆਂ, ਨਾਲੇ ਉਹਨਾਂ ਦੇ ਵਿੱਚ ਵੀ ਪਾਣੀ ਦਾ ਵਹਾਅ ਤੇਜ਼ ਹੋ ਜਾਣਾ, ਜਿਹਦੇ ਕਰਕੇ ਕਿ GTA ਦੇ ਵਿੱਚ ਸਮੁੱਚੇ ਇਹ ਗ੍ਰੇਟਰ ਟੋਰਾਂਟੋ ਇਲਾਕੇ ਦੇ ਵਿੱਚ ਲੋਕਾਂ ਨੂੰ ਅਲਰਟ ਰਹਿਣ ਦੀ ਇਹ ਅਪੀਲ ਕੀਤੀ ਗਈ ਆ ਮੌਸਮ ਦੇ ਮਾਹਰਾਂ ਵੱਲੋਂ ਵੀ ਕਿ ਭਈ ਤੁਸੀਂ ਇਹ ਖਿਆਲ ਰੱਖਣਾ ਵੀ ਕੋਈ ਬੇਸਮੈਂਟ ਜਾਂ ਉੱਧਰ ਤੁਹਾਡੇ ਹੋਰ ਨੀਵੀਂ ਕੋਈ ਜਗ੍ਹਾ ਉੱਥੇ ਪਾਣੀ ਦਾਖਲ ਹੁੰਦਾ ਤੇ ਆਪਣੇ ਆਪ ਨੂੰ ਜ਼ਰੂਰ ਅਲਰਟ ਰੱਖਣਾ। ਤੇ 311 ਕਾਲ ਕੀਤੀ ਜਾ ਸਕਦੀ ਆ ਜੇ ਕਿਸੇ ਏਰੀਆ ਦੇ ਵਿੱਚ ਪਾਣੀ ਜਿਹੜਾ ਇਸ ਤਰੀਕੇ ਦੇ ਨਾਲ ਡੇਂਜਰਸ ਲੈਵਲ ਤੇ ਉਹ ਕਹ ਲਓ ਕਿ ਐਂਟਰ ਹੁੰਦਾ ਕਿਸੇ ਦੀ ਪ੍ਰੋਪਰਟੀ ਦੇ ਵਿੱਚ, ਘਰ ਦੇ ਵਿੱਚ, ਬੇਸਮੈਂਟ ਦੇ ਵਿੱਚ ਖਾਸ ਤੌਰ ਤੇ। ਸੋ ਜਿੰਨਾ ਚਿਰ ਲਾਈਫ ਇਨ ਡੇਂਜਰ ਨਹੀਂ ਉਹਨਾਂ ਚਿਰ ਉਹ 911 ਕਾਲ ਨਹੀਂ ਹੈਗੀ। ਬਟ ਜੇ ਇਨ ਜਨਰਲ ਜਸਟ ਪਾਣੀ ਐਂਟਰ ਹੋਇਆ ਤੇ ਇੱਕ 311 ਕਾਲ ਆ। ਸੋ ਉਸ ਲਿਹਾਜ਼ ਨਾਲ ਬਰੈਂਪਟਨ ਦੇ ਵਿੱਚ, ਬਾਕੀ ਸਾਰੇ ਏਰੀਆਜ਼ ਦੇ ਵਿੱਚ ਜੀ ਤੇ ਅਗਲੇ 24 ਘੰਟੇ ਕਾਫੀ ਅਲਰਟ ਰਹਿਣ ਦੀ ਲੋੜ ਹੋਏਗੀ। ਜੋਸਫ ਸਾਹਿਬ, ਆਖਰੀ ਕੁਐਸਚਨ ਮੇਰਾ ਕਿ ਜੇ ਆਪਾਂ ਕੱਲ ਮਾਤ ਭਾਸ਼ਾ ਡੇ ਮਨਾਇਆ, ਰਾਤੀ ਵੀ ਦਿਨੇ ਵੀ ਆਪਾਂ ਗੱਲ ਕੀਤੀ, ਔਰ ਕੈਨੇਡਾ ਦੀ ਜਿਹੜੀ ਆ 21% ਤੋਂ ਵੱਧ ਆਬਾਦੀ, ਲਗਭਗ 7.5 ਮਿਲੀਅਨ ਅੰਗਰੇਜ਼ੀ ਜਾਂ ਫਰੈਂਚ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਦੀ ਹੈ। ਯੈਸ, ਦੇਖੋ ਵੀ ਇਹ ਨਾ ਪਿਛਲੇ ਲੰਬੇ ਸਮੇਂ ਤੋਂ ਹੁਣ ਕੈਨੇਡਾ ਦੇ ਵਿੱਚ ਬਹੁਤ ਸੱਭਿਆਚਾਰਕ ਕਰਨ ਹੈ ਜਿਹੜਾ ਜੀ ਵੀ ਕੈਨੇਡਾ ਦਾ ਹੋਣਾ ਜਾਰੀ ਆ। ਇਸ ਤੋਂ ਪਹਿਲਾਂ ਇਹਨਾਂ ਦੀ ਕਨਸੈਂਟਰੇਸ਼ਨ ਸੀਗੀ ਵੀ ਵੈਸਟਰਨ ਯੂਰਪੀਅਨ ਕੰਟਰੀ ਤੋਂ ਹੀ ਵੱਧ ਤੋਂ ਵੱਧ ਲੋਕਾਂ ਨੂੰ ਮੌਕੇ ਦਿੱਤੇ ਜਾਣ। ਹੁੰਦਾ ਤੇ ਅੱਜ ਵੀ ਇਦਾਂ ਹੀ ਹੈ ਕਿਉਂਕਿ ਉੱਥੋਂ ਅਪਲਾਈ ਲੋਕ ਘੱਟ ਕਰਦੇ ਆ, ਪਰ ਜਿਹੜੇ ਕਰ ਦਿੰਦੇ ਆ ਉਹਨਾਂ ਨੂੰ ਆਲਮੋਸਟ 100% ਅਪਰੂਵਲ ਰੇਟ ਆ ਉਹਨਾਂ ਦਾ ਐਪਲੀਕੇਸ਼ਨ। ਪਰ ਦੂਸਰੇ ਪਾਸੇ ਅਪਰੂਵਲ ਰੇਟ ਆ ਜਿਹੜਾ ਹੋਰਨਾਂ ਕੰਟਰੀਜ਼ ਦੇ ਵਿੱਚ, ਏਸ਼ੀਆ ਦੇ ਵਿੱਚ, ਅਫਰੀਕਾ ਦੇ ਵਿੱਚ, ਉਹ ਕਿਤੇ 50% ਆ, ਕਿਤੇ 55% ਆ, ਕਿਤੇ ਮਤਲਬ ਡਿਪੈਂਡ ਕਰਦਾ ਵੀ ਕਿਹੜੀ ਕੈਟਾਗਰੀ ਦੀ ਤੁਸੀਂ ਗੱਲ ਕਰ ਰਹੇ ਹੋ ਨਾ। ਪਰ ਉਹ ਫਿਰ ਇਹ ਆਮ ਤੌਰ ਤੇ ਜਦੋਂ ਪੁੱਛੀਦਾ ਵੀ ਇਦਾਂ ਕਿਉਂ, ਕਹਿੰਦੇ ਜੀ ਵੀ ਉੱਥੋਂ ਫਰਾਡ ਜਾਂ ਬਾਕੀ ਸਭ ਕੁਝ ਹੋਰ ਰੀਜ਼ਨਸ ਵੀ ਇਹਨਾਂ ਨੇ ਜਾ ਕੇ ਮੁੜਨਾ ਨਹੀਂ। ਉਹ ਚਲੋ ਹਿਸਟੋਰੀਕਲੀ ਆਪਾਂ ਦੇਖਦੇ ਹਾਂ ਵੀ ਹੈ ਵੀ ਇੱਕ ਸੱਚ ਆ ਜੇ ਮੰਨਿਆ ਜਾਵੇ ਤਾਂ, ਹਨਾ, ਇਹ ਗਲਤ ਕਿਹੜਾ। ਬਹੁਤ ਸਾਰੇ ਲੋਕਾਂ ਦਾ ਇੱਥੇ ਆਉਣ ਨੂੰ ਦਿਲ ਕਰਦਾ ਜਿੱਦਾਂ ਵੀ ਪੈਰ ਰੱਖਿਆ ਜਾਵੇ ਤੇ ਦਿਲ ਕਰਦਾ, ਹਨਾ। ਜੇ ਕਹੀਏ ਵੀ ਇਹਨਾਂ ਨੇ ਇਸ ਗੱਲ ਕਰਕੇ ਰਿਫਿਊਜ਼ ਕਰਤਾ ਜੀ ਵੀ ਤੂੰ ਮੁੜਨਾ ਨਹੀਂ, ਤੇ ਕੋਈ ਏਡਾ ਝੂਠ ਨਹੀਂ ਹੈਗਾ, ਇਹ ਸੱਚੀ ਗੱਲ ਹੀ ਆ। ਏਦਾਂ ਮਤਲਬ ਆਪਾਂ ਲੋਕ ਕਰਦੇ ਵੀ ਹੈਗੇ ਆ, ਹਨਾ, ਝੂਠ ਕੀ ਆ। ਸਹੀ ਗੱਲ ਹੈ। ਤਦ ਕਰਕੇ ਇਹ ਹੈ ਜੀ। ਪਰ ਹੁਣ ਕਰਦਿਆਂ ਕਰਾਉਂਦਿਆਂ ਜਾਣੀ ਕਿ ਇੱਥੇ ਇੱਕ ਗੱਲ ਪਹੁੰਚ ਗਈ ਹੈ, ਜਿਸ ਤਰ੍ਹਾਂ ਤੁਸੀਂ ਦੱਸਿਆ ਚਾਵਲਾ ਜੀ, ਵੀ ਇਹ 7.5 ਮਿਲੀਅਨ ਦੇ ਕਰੀਬ ਸਾਡੀ ਜਿਹੜੀ ਪਾਪੂਲੇਸ਼ਨ, ਜਿਹੜੀ ਕਿ ਜਾਣੀ 20-22% ਦੇ ਵਿਚਾਲੇ ਬਣ ਜਾਂਦੀ ਹੈ ਕੁੱਲ ਪਾਪੂਲੇਸ਼ਨ ਦੇ, ਕਿ ਉਹ ਇੱਥੇ ਨਹੀਂ ਬੋਰਨ, ਨਾ ਤੇ ਉਹ ਅੰਗਰੇਜ਼ੀ ਉਹਨਾਂ ਦੀ ਮਾਤ ਭਾਸ਼ਾ, ਨਾ ਫਰੈਂਚ ਉਹਨਾਂ ਦੀ ਭਾਸ਼ਾ, ਤੇ ਭਾਸ਼ਾ ਉਹਨਾਂ ਦੀ ਕੋਈ ਹੋਰ ਆ, ਕੋਈ ਏਸ਼ੀਅਨ ਕੰਟਰੀ ਦੀ ਹੋ ਸਕਦੀ ਹੈ, ਅਫਰੀਕਨ ਹੋ ਸਕਦੇ ਨੇ, ਜਾਂ ਫਿਰ ਅਸੀਂ ਪੰਜਾਬੀ ਤੇ ਹਾਂ ਹੀ ਤੁਹਾਨੂੰ ਪਤਾ, ਹਨਾ। ਇਟਾਲੀਅਨ ਨੇ ਵੱਡੀ ਤਾਦਾਦ ਦੇ ਵਿੱਚ, ਹੋਰ ਕਈ ਮੁਲਕਾਂ ਤੋਂ ਲੋਕ ਇੱਥੇ ਹੈਗੇ ਆ, ਫਿਲੀਪੀਨਸ ਤੋਂ ਹੈਗੇ ਆ, ਪਾਕਿਸਤਾਨ ਦੇ ਲੋਕਾਂ ਦੀ ਗਿਣਤੀ ਲਗਾਤਾਰ ਨਾਲ ਵੱਧ ਰਹੀ ਆ, ਚਾਈਨੀਜ਼ ਕਮਿਊਨਿਟੀ ਬੜੀ ਸਟਰੋਂਗ ਹੋ ਚੁੱਕੀ ਆ। ਸੋ ਉਸ ਲਿਹਾਜ਼ ਨਾਲ ਇਹ ਹੈ ਜੀ ਕਿ ਜਾਣੀ ਹੋਰ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਦੀ ਗਿਣਤੀ ਅੰਗਰੇਜ਼ੀ ਜਾਂ ਬਾਕੀ ਜਾਂ ਫਰੈਂਚ ਭਾਸ਼ਾ ਬੋਲਣ ਵਾਲੇ ਲੋਕਾਂ ਦੇ ਮੁਕਾਬਲੇ ਕਾਫੀ ਤੇਜ਼ੀ ਦੇ ਨਾਲ ਇਸ ਮੁਲਕ ਦੇ ਵਿੱਚ ਵੱਧ ਰਹੀ ਹੈ। ਤੇ ਪਿਛਲੇ ਦਿਨੀ ਜਦੋਂ ਇਮੀਗ੍ਰੇਸ਼ਨ ਦੇ ਲੈਵਲ ਸੈੱਟ ਕੀਤੇ ਸੀਗੇ, ਨੰਬਰਸ ਵਧਾਏ ਸੀਗੇ, ਉਹਦੇ ਵਿੱਚ ਇਹੀ ਕਿਹਾ ਗਿਆ ਸੀਗਾ ਵੀ ਜਿੰਨਾ ਚਿਰ ਅਸੀਂ ਬਾਹਰਲੇ ਮੁਲਕਾਂ ਤੋਂ ਲੋਕਾਂ ਨੂੰ ਨਹੀਂ ਇੱਥੇ ਲਿਆਉਂਦੇ, ਉਹਨਾਂ ਚਿਰ ਕੈਨੇਡਾ ਦੀ ਜਿਹੜੀ ਇਕੋਨਮੀ ਆ ਉਹਨੂੰ ਖਤਰਾ ਬਣਿਆ ਰਹੇਗਾ, ਤੇ ਜਿਹੜੇ ਲੋਕ ਰਿਟਾਇਰਡ ਹੋ ਰਹੇ ਆ ਉਹਨਾਂ ਦੀ ਜਗ੍ਹਾ ਸਾਨੂੰ ਵਰਕਰ ਨਹੀਂ ਮਿਲਣੇ ਆ, ਤੇ ਵਰਕਰ ਜੇ ਫਿਰ ਉਹਨਾਂ ਦੇਸ਼ਾਂ ਤੋਂ ਮਿਲਦੇ ਆ ਜਿਨ੍ਹਾਂ ਦੀ ਮਾਤ ਭਾਸ਼ਾ ਅੰਗਰੇਜ਼ੀ ਨਹੀਂ,
ਫ੍ਰੈਂਚ ਨਹੀਂ, ਤੇ ਫਿਰ ਕੁਦਰਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਅਜਿਹੇ ਲੋਕਾਂ ਦੀ ਗਿਣਤੀ ਵਧੇਗੀ ਜਿਨ੍ਹਾਂ ਦੀਆਂ ਕਿ ਭਾਸ਼ਾਵਾਂ ਹੋਰ ਹੋਣਗੀਆਂ। ਮੇਰੇ ਨਾਲ ਕਾਲਰ ਵੀ ਨੇ, ਮੈਨੂੰ ਲੱਗਦਾ ਸਮਾਂ ਵੀ ਆਪਣਾ ਹੋ ਗਿਆ, ਪਰ ਦੋ ਸਵਾਲ ਬੜੇ ਵੱਡੇ ਨੇ। ਇੱਕ ਤਾਂ ਇਹ ਹੈ ਕਿ 29 ਦੀ ਵਿਧਾਨ ਸਭਾ ਦਾ ਬਜਟ, ਆਪਾਂ ਉਹਦੀ ਗੱਲ ਕਰੀਏ ਕਿਉਂਕਿ ਵਰਲਡ ਵਾਈਡ ਆਪਾਂ ਗੱਲਾਂ ਕਰਦੇ ਹਾਂ, ਸਾਡੇ ਆਲੇ ਦੁਆਲੇ ਜਿਹਦਾ ਅਸਰ ਸਾਡੇ ਤੇ ਪੈਣਾ, ਕੀ ਗੱਲਾਂ ਬਾਤਾਂ ਕਰਦੇ ਨੇ। ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ। ਪ੍ਰੀਮੀਅਮ ਫੂਡ ਸਰਕਾਰ ਵੱਲੋਂ ਵਾਹਨਾਂ ਤੇ ਸਟਿੱਕਰ ਦੇ ਨਵੀਨੀਕਰਨ ਦੀ ਜਿਹੜੀ ਹੈ ਛੋਟ ਦਾ ਐਲਾਨ ਸੁਣ ਚ ਆਇਆ, ਨੇੜੇ ਹੀ ਹੈ। ਹਾਂ, ਇਹ ਇਮੀਨੈਂਟ ਲੱਗ ਰਿਹਾ ਜੀ ਵੀ ਕਿਸੇ ਵੇਲੇ ਵੀ ਅਨਾਉਂਸਮੈਂਟ ਹੋ ਸਕਦੀ ਆ, ਕਿਉਂਕਿ ਅੱਜ ਜਿਹੜਾ ਸੈਸ਼ਨ ਆ ਇਹ ਨਵਾਂ ਕੁਈਨਜ਼ ਪਾਰਕ ਦੇ ਵਿੱਚ ਹੋਣਾ ਸ਼ੁਰੂ, ਤੇ ਅਗਲੇ ਕੁਝ ਹਫ਼ਤੇ ਸੈਸ਼ਨ ਚੱਲੂਗਾ। ਮਾਰਚ ਦੇ ਵਿੱਚ ਜਿਹੜਾ ਜੀ ਬਜਟ ਵੀ ਆ ਜਾਣ ਦੀ ਸੰਭਾਵਨਾ ਹੈ। ਤੇ ਬਜਟ ਜਿਹੜਾ ਜੀ ਲੱਗ ਰਿਹਾ ਵੀ ਇਹ, ਕਿਉਂਕਿ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਹੈ ਤੇ ਉਹਨਾਂ ਦਾ ਜਿਸ ਤਰ੍ਹਾਂ ਇਹ ਚੋਣ ਮਨੋਰਥ ਪੱਤਰ ਦੇ ਰੂਪ ਦੇ ਵਿੱਚ ਸਾਹਮਣੇ ਆ ਸਕਦਾ, ਤੇ ਹੁਣ ਜਾ ਕੇ ਜਾਣੀ ਕਿ ਇਹ ਸਟਿੱਕਰ ਜਿਹੜੇ ਮਾਫ ਕਰਨੇ ਜਾਂ ਫਿਰ ਉਹ ਹਾਈਵੇ 418 412 ਤੋਂ ਟੋਲ ਵੀ ਚੱਕਿਆ ਗਿਆ ਨਾ, ਤੇ ਇਹ ਜਾਣੀ ਕਿ 3.5 ਸਾਲ ਵੇਟ ਕਰਕੇ ਇਹ ਸਭ ਕੁਝ ਕੀਤਾ ਜਾ ਰਿਹਾ। ਚਲੋ ਐਟ ਦਾ ਕੀਤਾ ਤੇ ਜਾ ਹੀ ਰਿਹਾ ਨਾ ਜੀ, ਹੈਨਾ। ਇਹ ਤੇ ਸਾਰਿਆਂ ਨੂੰ ਪਤਾ ਵੀ ਆਖਰੀ ਮਤਲਬ ਲੋਹਾ ਗਰਮ ਹੋਵੇ ਫੇਰ ਹੀ ਥੋੜਾ ਮਾਰਨਾ, ਕਿ ਹੁਣ ਆਖਰੀ ਮੌਕੇ ਤੇ ਵਰਲਡ ਵਾਈਡ ਚੱਲਦਾ ਨਾ ਇਹ ਤਾਂ। ਗਰਮ ਲੋਹੇ ਤੇ ਵੈਸੇ ਇੰਸ਼ੋਰੈਂਸ ਵਾਲਾ ਥੋੜਾ ਵੀ ਜੇ ਮਾਰ ਹੀ ਦੇਣ ਤੇ ਦੇਖਦੇ ਆ ਕੀ ਹੁੰਦਾ। ਬਜਟ ਦੇ ਵਿੱਚ ਕੋਈ ਪ੍ਰੀਮੀਅਮ ਐਡਜਸਟਮੈਂਟ ਹੋਣ ਦੀ ਸੰਭਾਵਨਾ ਹੈਗੀ ਆ, ਬਟ ਲੈਟਸ ਸੀ। ਉਹਨਾਂ ਦੀ ਨਜ਼ਰ ਜ਼ਰੂਰ ਹੈ ਗਵਰਨਮੈਂਟ ਦੀ, ਪਰ ਪਹਿਲਾਂ ਦੇ ਮੁਕਾਬਲੇ ਬਰੈਂਪਟਨ ਦੇ ਵਿੱਚ ਪ੍ਰੀਮੀਅਮ ਕਹਿੰਦੇ ਜੀ ਵੀ ਹੋਰ ਕਿਸੇ ਵੀ ਸ਼ਹਿਰ ਵਿੱਚ ਉਹਨਾਂ ਨਹੀਂ ਘਟਿਆ ਜਿੰਨਾ ਬਰੈਂਪਟਨ 'ਚ ਘਟਿਆ, 25-26% ਤੱਕ ਜੀ। ਤੇ ਕੁੱਲ ਮਿਲਾ ਕੇ ਲੇਕਿਨ ਕਿ ਅਜੇ ਵੀ ਪ੍ਰੀਮੀਅਮ ਕਾਫੀ ਹਾਈ ਆ ਜੀ। ਅਸੀਂ ਚੌਥੇ ਨੰਬਰ ਤੇ ਆ ਓਨਟਾਰੀਓ ਦੇ ਵਿੱਚ। ਪ੍ਰੀਮੀਅਮ ਹੋਰ ਘਟਣਾ ਚਾਹੀਦਾ, ਤੇ ਇਹਦੇ ਨਾਲ ਹੀ ਜਿਹੜਾ ਜੀ ਵੀ ਆਪਾਂ ਦੇਖਦੇ ਹਾਂ ਬਜਟ ਦੇ ਵਿੱਚ ਇਹ ਜਾਂ ਅਦਰਵਾਈਜ਼ ਵੀ ਸੈਸ਼ਨ ਦੇ ਦੌਰਾਨ ਇਹ ਪੈਂਡੈਮਿਕ ਕੋਵਿਡ ਦੀ ਗੱਲ ਹੁੰਦੀ ਰਹਿਣੀ ਆ, ਰਿਕਵਰੀ ਪਲਾਨਸ ਦੀ ਗੱਲ ਚੱਲਦੀ ਰਹੇਗੀ, ਤੇ ਇਹਦੇ ਨਾਲ ਹੀ ਲੇਕਿਨ ਕਿ ਆਪਾਂ ਜਿਹੜੀ ਗੱਲ ਕਰ ਰਹੇ ਸੀ ਵੀ ਆਉਣ ਵਾਲੀ ਇਸ ਇਲੈਕਸ਼ਨ ਦੇ ਵਿੱਚ ਬਾਕੀ ਸਾਰੇ ਮੁੱਦਿਆਂ ਨੂੰ ਪਿੱਛੇ ਛੱਡ ਕੇ ਅਫੋਰਡੇਬਿਲਿਟੀ ਤੇ ਕੀਮਤਾਂ ਜਿਹੜੀਆਂ ਪ੍ਰਾਈਸਿਸ ਵਧੀਆਂ ਹੋਈਆਂ ਨੇ, ਇਹ ਬੜਾ ਵੱਡਾ ਮੁੱਦਾ ਰਹੂਗਾ ਜੀ ਯਾਰ। ਕੀ ਹੈ ਨਾ, ਇਹ ਬਹੁਤ ਵੱਡਾ ਮੁੱਦਾ ਜਿਹੜਾ ਤੁਸੀਂ ਗਰੋਸਰੀ ਸਟੋਰ 'ਚ ਵੜ ਜਾਓ ਤਾਂ ਤੁਹਾਡਾ ਪਸੀਨੇ ਛੁੱਟ ਜਾਂਦੇ, ਬੁਰਾ ਹਾਲ ਹੋ ਜਾਂਦਾ। ਯੈਸ, ਕਿਉਂਕਿ ਜਿਹੜੇ ਲੋ ਇਨਕਮ ਨੇ, ਮਿਡਲ ਕਲਾਸ ਫੈਮਿਲੀਜ਼ ਨੇ, ਉਹਨਾਂ ਨਾਲ ਗੱਲ ਕਰਕੇ ਦੇਖੋ ਜੀ, ਕਿਉਂਕਿ ਜਿਹਨਾਂ ਦੀਆਂ ਜੇਬਾਂ ਦੇ ਵਿੱਚ ਰੌਣਕ ਹੈ ਨਾ, ਉਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਫਰਕ ਪੈਂਦਾ। ਬਿਲਕੁਲ ਤੁਹਾਡੀ ਗੱਲ ਸੀ। ਅੱਛਾ ਚਲੋ ਆਖਰੀ ਗੱਲ ਆਪਾਂ, ਮੈਂ ਸਵਾਲ ਨਿੱਕਾ ਜਿਹਾ, ਜਿਹੜਾ ਆਪਣਾ ਐਮਰਜੈਂਸੀ ਆ 14 ਮਾਰਚ ਤੱਕ ਜਿਹੜੀ ਹੈ ਬਣੀ ਰਹਿਣ ਦੀ ਸੰਭਾਵਨਾ, ਐਮਰਜੈਂਸੀ ਦਾ ਅਸਰ ਤਾਂ ਕਾਫੀ ਪੈਣਾ, ਪਰ ਕਾਲ ਵੀ ਲੈ ਲੈਣੀ ਇੱਕ ਆਪਾਂ। ਹਾਂਜੀ ਜੀ, ਕੀ ਕਹਿਣਾ ਚਾਹੋਗੇ ਪਹਿਲਾਂ? ਅੱਛਾ ਜੀ, ਦੇਖੋ ਐਮਰਜੈਂਸੀ ਆ ਜਿਹੜੀ ਇਹ ਨਾ ਵੀ 14 ਫਰਵਰੀ ਨੂੰ ਜਸਟਨ ਟਰੂਡੋ ਉਹਨਾਂ ਨੇ ਅਨਾਉਂਸ ਕੀਤੀ ਸੀ। ਫਿਰ ਉਹਨਾਂ ਨੇ ਜਿਹੜਾ ਜੀ ਇਹਦੇ ਬਾਰੇ ਮੋਸ਼ਨ, ਕਿਉਂਕਿ ਵਿਦਨ 7 ਡੇਜ਼ ਪਾਰਲੀਮੈਂਟ ਦੇ ਵਿੱਚ ਰਾਤੀ ਪਾਸ ਹੋ ਗਿਆ। ਹਾਂਜੀ ਹਾਂ, ਉਹ ਰਾਤੀ ਫਿਰ ਪਾਸ ਹੋ ਗਿਆ। ਉਹਦੇ ਵਿੱਚ ਐਨਡੀਪੀ ਜਿਹੜੀ ਐਲਓਐਲ ਪਾਰਟੀ ਦੇ ਨਾਲ ਭੁਗਤ ਗਈ ਹੈ, ਜੇ ਨਾ ਭੁਗਤਦੇ ਤੇ ਸਰਕਾਰੀ ਟਿੱਪਣੀ ਸੀਗੀ। ਅਜੇ ਹੁਣ ਪਿੱਛੇ ਸਤੰਬਰ ਦੇ ਵਿੱਚ ਇਲੈਕਸ਼ਨ ਹੋਈ ਆ, ਆਪਾਂ ਕਹਿੰਦੇ ਹੁੰਦੇ ਆ ਵੀ ਇਹ ਐਮਪੀ ਕਿਤੇ ਕੈਂਡੀਡੇਟ ਵੀ ਹੁੰਦੇ 4 ਸਾਲ ਬਾਅਦ, ਪਰ ਇਹ ਨਹੀਂ ਚਾਹੁੰਦੇ ਵੀ 6 ਮਹੀਨਿਆਂ ਬਾਅਦ ਅਸੀਂ ਫੇਰ ਸੜਕਾਂ ਤੇ ਆ ਜਾਈਏ। ਬਿਲਕੁਲ ਬਿਲਕੁਲ ਬਿਲਕੁਲ। ਉਹ ਕਿਹਾ ਤੇ ਇਹ ਜਾਂਦਾ ਹੁੰਦਾ ਕੈਨੇਡੀਅਨਸ ਨਹੀਂ ਅਜੇ ਇਲੈਕਸ਼ਨ ਲਈ ਤਿਆਰ। ਅਸਲ 'ਚ ਜਦੋਂ ਇਹ ਆਪ ਹੀ ਨਹੀਂ ਤਿਆਰ ਤੇ ਕੈਨੇਡੀਅਨਸ ਪਹਿਲੀਆਂ ਖੱਲੀਆਂ ਨਹੀਂ ਮਰੀਆਂ ਆਈਆਂ ਇਹਨਾਂ ਦੀਆਂ, ਤੇ ਜਦੋਂ ਇਹ ਤਿਆਰ ਹੋ ਜਾਣ ਫਿਰ ਹੁਣ ਕੈਨੇਡੀਅਨਸ ਤਿਆਰ ਆ ਇਲੈਕਸ਼ਨ ਵਾਸਤੇ ਜੀ। ਕੁੱਲ ਮਿਲਾ ਕੇ ਜਾਣੀ ਕਿ ਇਹਨਾਂ ਨੇ ਏਦਾਂ ਆਨੇ ਬਹਾਨੇ ਲੱਗਦਾ ਸਾਲ ਡੇਢ ਸਾਲ ਅਜੇ ਹੋਰ ਕੱਢ ਦੇਣਾ, ਬਹੁਤਾ ਰੌਲਾ ਪੈਣ ਨਹੀਂ ਦੇਣਾ ਵੀ ਸਰਕਾਰ ਡਿੱਪ ਪਵੇ। ਕੁੱਲ ਮਿਲਾ ਕੇ ਜਾਣੀ ਕਿ ਜੀ ਵੀ ਇਹ ਲਿਬਰਲ ਪਾਰਟੀ ਤੇ ਐਨਡੀਪੀ ਕਾਫੀ ਕਰੀਬ ਨੇ, ਇੱਕ ਦੂਜੇ ਦਾ ਸਾਥ ਦਿੱਤਾ ਤੇ ਕੰਜ਼ਰਵੇਟਿਵ ਪਾਰਟੀ ਦੇ ਬਲਾਕ ਕੁਬੈਕਵਾ ਨੇ ਡਟ ਕੇ ਵਿਰੋਧ ਕੀਤਾ। ਸੋ 185 ਵੋਟਾਂ ਜਿਹੜੀਆਂ ਜੀ ਹੱਕ ਦੇ ਵਿੱਚ ਪਈਆਂ, ਤੇ ਇਹ ਜਿਹੜਾ ਐਮਰਜੈਂਸੀ ਐਕਟ ਤੇ ਮੋਸ਼ਨ ਸੀਗਾ ਉਹ ਪਾਸ ਹੋ ਗਿਆ। ਹੁਣ ਉਹ ਸੈਨੇਟ ਵਿੱਚ ਜਾਏਗਾ। ਸੋ ਕੁੱਲ ਮਿਲਾ ਕੇ ਕਿਉਂਕਿ 30 ਦਿਨਾਂ ਦੀ ਤੋਂ ਵੱਧ ਜਿਹੜਾ ਜੀ ਜੇ ਫੇਰ ਐਮਰਜੈਂਸੀ ਦੀ ਲੋੜ ਹੋਵੇ ਤਾਂ ਦੁਬਾਰਾ ਫਿਰ ਪਾਰਲੀਮੈਂਟ ਦੇ ਵਿੱਚ ਜਾਣਾ ਪੈਂਦਾ। ਹਾਂ ਚਲੋ ਆਕਸੀਜਨ ਕੰਟੇਨਰ ਹੈਗਾ ਆਪਣੇ ਕੋਲ, ਜਗਮੀਤ ਟਰੂਡੋ। ਹਾਂਜੀ ਉਹਨਾਂ ਦਾ ਚੱਲ ਰਿਹਾ, ਪਰ 30 ਦਿਨ ਹੈ ਜੀ 14 ਮਾਰਚ ਨੂੰ ਹੋ ਜਾਣਗੇ, ਉਦੋਂ ਤੱਕ ਹੁਣ ਲੱਗ ਰਿਹਾ ਵੀ ਸਿਚੁਏਸ਼ਨ ਇਹੀ ਚੱਲੇਗੀ। ਇਹ ਨਵਾਂ ਨਾਂ ਜਗਮੀਤ ਟਰੂਡੋ। ਹਾਂਜੀ ਜਸਟਨ ਨਹੀਂ, ਜੇ ਜਗਮੀਤ ਜੇ ਜਸਟਨ। ਹਾਂਜੀ ਵੈਲਕਮ ਜੀ, ਗੁੱਡ ਮਾਰਨਿੰਗ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਤੁਹਾਡਾ ਜੋਹਲ ਸਾਹਿਬ ਦਾ ਵੀ। ਹਾਂਜੀ ਬਹੁਤ ਵਧੀਆ ਖਬਰਾਂ ਹੁੰਦੀਆਂ ਇਹਨਾਂ ਦੀਆਂ ਖਬਰਾਂ, ਮੈਨੂੰ ਲੋਕ ਪੁੱਛੀ ਜਾਣਗੇ ਜੋਹਲ ਸਾਹਿਬ ਨੇ ਕੀ ਕਿਹਾ। ਅੱਛਾ, ਬਾਕੀ ਮੇਰਾ ਇੱਥੇ ਜਿਹੜੇ ਆਪਣੇ ਪੰਜਾਬੀ ਗੋਰੇ ਆ ਨਾ, ਪੰਜਾਬੀ ਗੋਰੇ ਬਣੇ ਹੋਏ ਆ, ਉਹਨਾਂ ਨਾਲ ਬਹੁਤ ਪੰਗਾ ਪੈਂਦਾ ਜਦੋਂ ਪੰਜਾਬੀ ਬੋਲਦੇ। ਅੱਛਾ, ਸਟੋਰਾਂ 'ਚ ਕੰਮ ਕਰਨ ਵਾਲੇ ਵੀ ਇੰਗਲਿਸ਼ ਬੋਲਣਗੇ, ਮੈਂ ਜਾਣ ਕੇ ਬਣ ਜਾਣਾ ਉਹਨਾਂ ਬੁੜਾ ਜਿਹਾ, ਜਾਣੀ ਬੇ ਅਨਪੜ੍ਹ ਜਿਹਾ। ਅੱਛਾ ਅੱਛਾ ਅੱਛਾ। ਫਿਰ ਮੈਂ ਉਹਨੂੰ ਕਿਹਾ ਭਾਈ ਤੁਹਾਨੂੰ ਇੱਥੇ ਪੰਜਾਬੀ ਬੋਲਣ ਵਾਸਤੇ ਰੱਖਿਆ ਹੋਇਆ, ਵੀ ਹੈਲਪ ਕਰੋ ਕਸਟਮਰ ਦੀ, ਤੇ ਫਿਰ ਭੱਜਦੇ ਆ। ਉਹ ਕਹਿੰਦੇ ਤੈਨੂੰ ਤਾਂ ਫਿਰ ਇੰਗਲਿਸ਼ ਆਉਂਦੀ ਹੈ। ਮੈਂ ਕਿਹਾ ਤੁਸੀਂ ਪੰਜਾਬੀ ਬੋਲੋ, ਪੰਜਾਬੀ ਇਹ ਵੀ ਡਿਫਰੈਂਟ ਇਸ਼ੂ ਆ। ਵੇਖੋ ਜਿੰਨਾ ਚਿਰ ਤੁਸੀਂ ਮੈਂ ਤਾਂ ਸਿੰਘ ਫਸਾਈ ਰੱਖਦਾ ਵੀਰੇ, ਜਿਹੜਾ ਕੋਈ ਨਹੀਂ ਏਦਾਂ ਵੇਖੋ, ਮੈਂ ਟੋਟਲੀ ਡਿਸਐਗਰੀ ਹਾਂ ਇੱਥੇ ਚੀਜ਼ ਥੋੜਾ ਜਿਹਾ। ਕਿਉਂ ਸੁਣੋ ਮੇਰੀ ਗੱਲ, ਜੇ ਤੁਸੀਂ ਉਹਨਾਂ ਨਾਲ ਪੰਜਾਬੀ ਬੋਲੋਗੇ ਤੇ ਜੋ ਪੰਜਾਬੀ ਨਹੀਂ ਬੋਲਦੇ ਫਿਰ ਤੇ ਸਿੰਘ ਫਸਾਉਣ ਦਾ ਹੱਕ ਆ ਤੁਹਾਡਾ। ਕਿਉਂ ਜੋਹਲ ਸਾਹਿਬ? ਨਹੀਂ ਜਦੋਂ ਪੰਜਾਬੀ ਬੋਲਦੇ ਹੀ ਨਹੀਂ। ਭਾਜੀ ਇੱਕ ਮਿੰਟ ਸੁਣੋ ਮੇਰੀ ਗੱਲ। ਜੋਹਲ ਸਾਹਿਬ
ਨਹੀਂ, ਸਭ ਤੋਂ ਪਹਿਲਾਂ ਇਹਨਾਂ ਦਾ ਜੀ ਸਿੱਧੂ ਸਾਹਿਬ ਦਾ ਧੰਨਵਾਦ, ਬਹੁਤ ਬੜੇ ਇਹ ਅਵੇਅਰ ਨੇ। ਆਪਣੇ ਏਰੀਆ 'ਚ ਜੀ ਕੋਈ ਮੁਸ਼ਕਲ ਹੋਵੇ ਨਾ, ਸਨੋ ਵੀ ਪੈ ਜੇ ਚਾਵਲਾ ਜੀ, ਤੇ ਆਪ ਹੀ ਸਾਰੇ ਮਹੱਲੇ ਦੀ ਸਾਫ਼ ਕਰ ਦਿੰਦੇ। ਥੈਂਕ ਯੂ। ਨਹੀਂ ਵੈਸੇ ਤੇ ਕਰਾਂਗੇ ਗੱਲ, ਚਲੋ ਕੱਲ ਨੂੰ ਕਰਾਂਗੇ। ਸਾਡੇ ਨਾ ਮੈਂ ਸਿੱਧੂ ਸਾਹਿਬ ਸੁਣੋ, ਮੈਂ ਤੁਹਾਨੂੰ ਜਾਣਦਾ ਨਹੀਂ ਸਿੱਧੂ ਸਾਹਿਬ, ਸਾਡੇ ਬਰੈਂਪਟਨ ਜਾਣਦੇ ਹੋ ਤੁਸੀਂ, ਆਪਾਂ ਮਿਲਦੇ ਰਹੇ ਹਾਂ। ਚਲੋ ਬਾਈ ਫੇਸ ਮਿਲਦੇ ਹੋਵਾਂਗੇ। ਚੰਬਾ ਇੱਕ ਮਿੰਟ ਸੁਣੋ ਗੱਲ, ਬਾਏ ਫੇਸ ਲਓ। ਹਾਂਜੀ ਚਲੋ ਜੋ ਛੇੜਿਆ ਹੀ ਹੈ, ਤੇ ਜੀ ਸ਼ੁਰੂਆਤ ਰੰਗਲਾ ਪੰਜਾਬ ਦੀ ਚਿੜੀਆਂ ਦਾ ਚੰਬਾ ਤੋਂ ਹੁੰਦੀ ਆ, ਉਦੋਂ ਪਹਿਲਾਂ ਜੁਲਰੇ ਦੀਨ ਕੇ ਹੇਤ। ਹਾਂਜੀ ਇੱਕ ਮਿੰਟ ਜਾਇਓ ਨਾ। ਸਾਡੇ ਨਾਲ ਜੌਲ ਸਾਹਿਬ ਆਪਾਂ ਕਰਾਂਗੇ ਗੱਲਬਾਤ, ਪਹਿਲਾਂ ਵੀ ਕੀਤੀ ਆ, ਜਦੋਂ ਮੈਂ ਦਰਵਾਜ਼ਾ ਖੋਲ੍ਹਣ ਵਾਲੀ ਗੱਲ ਕੀਤੀ ਆ ਕਿ ਥੈਂਕ ਯੂ ਮਤਲਬ ਨਹੀਂ ਕਹਿਣਾ ਹੈ ਨਾ। ਸਾਡੇ ਇਸ ਹਲਕੇ ਦੇ ਵਿੱਚ ਜਿਹੜਾ ਬਰੈਂਪਟਨ ਮਿਸੀਸਾਗਾ, ਜਿਹੜਾ ਜਿੱਥੇ ਜਿੱਥੇ ਸਾਡੀ ਵਸੋਂ ਜਾਂਦੀ ਹੈ, ਮੈਨੂੰ ਲੱਗਦਾ ਕਿ ਬੇੜਾ ਗਰਕ ਕਰਕੇ ਰੱਖ ਦੇਣਾ ਇਹਨਾਂ ਨੇ ਜਿੰਨੀਆਂ ਫਰੈਂਚਾਈਜ਼ ਨੇ। ਜੇ ਤੁਸੀਂ ਡਰਾਈਵ ਥਰੂ ਕਾਫੀ ਲੈਣ ਚੱਲ ਜਾਓ, ਉਹਨਾਂ ਕੋਲ ਤੁਸੀਂ ਖਾਣ ਪੀਣ ਦੀ ਚੀਜ਼, ਮੱਥੇ ਤੇ ਤਿਊੜੀਆਂ ਪਈਆਂ ਹੋਣਗੀਆਂ, ਘਰੋਂ ਪਤਾ ਨਹੀਂ ਲੜਕੀਆਂ ਆਈਆਂ ਹੁੰਦੀਆਂ ਨੇ, ਗਾਹਕ ਨੂੰ ਸਮਾਈਲ ਦੇਣੀ ਨਹੀਂ। ਉਹੀ ਤੁਸੀਂ 100 ਕਿਲੋਮੀਟਰ ਦੂਰ ਚੱਲ ਜਾਓ ਡਰਾਈਵ ਥਰੂ, ਤੇ ਉਹਨਾਂ ਨੂੰ ਕਹੋ ਮੈਂ ਹੈਵ ਡਬਲ ਕਾਫੀ ਪਲੀਜ਼, ਡਬਲ ਮਿਲੂਗੀ। ਜਦੋਂ ਕੋ ਸਿੰਗਲ ਸ਼ੂਗਰ ਡਬਲ ਮਿਲਕ, ਉਹੀ ਟੇਸਟ ਮਿਲੂਗਾ। ਇੱਥੇ ਤੇ ਜਿੱਦਾਂ ਨਾ ਪਤੀਲਾ ਧਰਿਆ, ਚੱਲ ਮੇਰੇ ਭਾਈ, ਉਹੀ ਠੰਡਾ ਹੀ ਚੱਲੀ ਜਾਣਾ ਕੰਮ, ਕੋਈ ਪੁੱਛਦਾ ਨਹੀਂ। ਨੈਪਕਿਨ ਕੋ ਮੰਗ ਕੇ ਲੈਣਾ ਪੈਂਦਾ, ਖਾਣ ਪੀਣ ਵਾਲੀ ਚੀਜ਼ ਦੇ ਵਿੱਚ ਨੈਪਕਿਨ ਮੰਗ ਕੇ ਲੈਣਾ ਪੈਂਦਾ, 3 ਵਾਰੀ ਚੀਜ਼ ਚੈੱਕ ਕਰਨੀ ਪੈਂਦੀ ਕਿ ਪ੍ਰੋਪਰ ਪਾਈ ਵੀ ਆ ਇੱਕ ਵਿੱਚ ਕਿ ਨਹੀਂ। ਦੇਖੋ ਜੀ, ਬਾਹਰਲੇ ਏਰੀਆਜ਼ ਦੇ ਵਿੱਚ ਇਹ ਕੰਮ ਤਾਂ ਕੈਨੇਡੀਅਨ ਸਟਾਈਲ ਦੇ ਵਿੱਚ ਸਟੈਂਡਰਡ ਦੇ ਨਾਲ ਚੱਲੀ ਜਾਂਦਾ ਵੀ ਉੱਥੇ ਕੰਜ਼ਿਊਮਰ ਵੀ ਅਵੇਅਰ ਆ, ਤੇ ਇਹਦੇ ਨਾਲ ਇੰਪਲੋਈਜ਼ ਆ ਜਿਹੜੇ, ਉਹਨਾਂ ਦੀ ਟ੍ਰੇਨਿੰਗ ਵੀ ਮੁਕੰਮਲ ਆ, ਤੇ ਉਹਨਾਂ ਦਾ ਵਰਕ ਕਲਚਰ ਆ ਜਿਹੜਾ ਜੀ ਵੀ ਉਸ ਸਟਾਈਲ ਦਾ ਆ, ਜਿਹਦੇ ਕਰਕੇ ਨੰਬਰ 1 ਦੇਸ਼ ਸੀਗਾ। ਜੀ ਹੁਣ ਇੱਥੇ ਜਿੱਥੇ ਤੁਹਾਨੂੰ ਪਤਾ ਵੀ ਆਪਾਂ ਵਧੇ ਹੋਏ ਆ, ਉੱਥੇ ਇੱਕ ਤੇ ਸਾਡੀ ਟ੍ਰੇਨਿੰਗ ਹੈ ਨਹੀਂ, ਇੱਕ ਸਾਡਾ ਮਾਈਂਡ ਸੈਟ ਹੀ ਉਹ ਆ ਵੀ ਸਾਡੇ ਲੋਕਾਂ ਨੂੰ ਕਿਹੜਾ ਇੰਨਾ ਫਰਕ ਪੈਂਦਾ, ਉਹਨਾਂ ਨੂੰ ਕਿਹੜਾ ਪਤਾ ਲੱਗਦਾ ਇਹਨਾਂ ਨੂੰ। ਸੋ ਇਹ ਮਤਲਬ ਨਾ ਤੇ ਕੰਜ਼ਿਊਮਰ ਹੀ ਇੱਥੇ ਉਹਨਾਂ ਅਵੇਅਰ ਆ ਵੀ ਮੈਨੂੰ ਕਰਨ ਦੀ ਕੀ ਲੋੜ ਆ। ਇਹ ਵੀ ਗੱਲਾਂ ਤੱਕ ਹੀ ਸੀਮਤ ਆ, ਆਪਾਂ ਬਹੁਤੀ ਵੱਡੀ ਤਾਦਾਦ ਦੇ ਵਿੱਚ। ਹੁਣ LMIA ਬਾਕੀ ਸਾਰੇ ਫਰਾਡ ਕਿਉਂ ਸਾਲੋ ਸਾਲ ਵਧੇ, ਕਿਉਂਕਿ ਆਪਾਂ ਗੱਲਾਂ ਹੀ ਕੀਤੀਆਂ। ਬਿਲਕੁਲ। ਹੁਣ 2-4 ਬੰਦੇ ਮੈਂ ਸਮਝਾਂਗਾ ਜੀ ਵੀ ਜੇ 8-10 ਹਜ਼ਾਰ ਬੰਦਾ ਬੇਈਮਾਨ ਤੇ ਬੇਈਮਾਨਣੀ ਇਹ ਵੇਚ ਬਚਾਈਏ ਵਿੱਚ ਲੱਗੇ ਹੋਏ ਨਾ, ਲੋਕਾਂ ਲੋੜਵੰਦਾਂ ਨੂੰ ਲੁੱਟਣ ਦੇ ਵਿੱਚ, ਉਹਨਾਂ ਦੇ ਵਿੱਚੋਂ 10-15 ਦੇ ਵੀ ਲਾਇਸੈਂਸ ਵਾਲੀ ਰੀੜ ਦੀ ਹੱਡੀ ਨੂੰ ਜੇ ਮਰੋੜਾ ਪੈ ਜੇ, 2000 ਆਪੇ ਠੀਕ ਹੋਏਗਾ। ਬਿਲਕੁਲ। ਪਰ ਆਪਾਂ ਗੱਲਾਂ ਹੀ ਕਰੀ ਤੁਰੀ ਜਾਂਦੇ ਆ। ਜੇ ਅਗਲੇ ਨੂੰ ਆਪਣੇ ਰੋਜ਼ਗਾਰ ਦਾ, ਆਪਣੀ ਨੌਕਰੀ ਦਾ ਫਿਕਰ ਨਹੀਂ, ਇੱਕ ਬੇਈਮਾਨ ਫਰਾਡੀਏ ਨੂੰ, ਤੇ ਲੋਕਾਂ ਨੂੰ ਬਹੁਤ ਫਿਕਰ ਪੈ ਜਾਂਦਾ। ਅੱਛਾ ਨਹੀਂ ਜੀ, ਉਹਨਾਂ ਨਾਲ ਆਰਗੂਮੈਂਟ ਕਰੀਏ ਨਾ, ਤੁਸੀਂ ਪਹਿਲਾਂ ਤੇ ਆਏ ਜੀ ਸਾਡੇ ਤੇ ਧੌਂਸ ਜਮਾਉਂਦੇ ਹੋ, ਇਹ ਜਵਾਬ ਹੁੰਦਾ ਉਹਨਾਂ ਦਾ। ਨਹੀਂ, ਗੱਲ ਤੇ ਇਹ ਆ ਵੀ ਜਿਹੜਾ ਹੁਣ ਪਿਛਲੇ ਦਿਨ ਮੈਨੂੰ ਇੱਕ ਭਾਈ ਸਾਹਿਬ ਦਾ ਫੋਨ ਆਇਆ ਚਾਵਲਾ ਜੀ, ਬੜੀ ਹੈਰਾਨੀ ਹੁੰਦੀ ਹੈ। ਅਸੀਂ ਜਿਹੜਾ ਇੱਥੋਂ ਦੇ ਕਾਨੂੰਨਾਂ ਨੂੰ ਤਰੋੜਦੇ ਮਰੋੜਦੇ, ਸਿਸਟਮਾਂ ਨੂੰ ਅਗਵਾ ਕਰਦੇ ਆ ਆਪਣੇ ਦਿਮਾਗ ਦੀ ਅਖੜ ਸੋਚ ਦੇ ਮੁਤਾਬਕ, ਵੀ ਆਖੇ ਜੀ LMIA ਫ੍ਰੀ ਨਹੀਂ ਹੈਗੀ। ਠੀਕ ਹੈ ਜੀ, LMIA ਫ੍ਰੀ ਨਹੀਂ ਹੈਗੀ। ਕਿੱਦਾਂ ਨਹੀਂ ਫ੍ਰੀ ਹੈਗੀ? $1000 ਗਵਰਨਮੈਂਟ ਦੀ ਫੀਸ ਹੈ। ਆਖੇ ਜੀ ਵੀ ਸਾਨੂੰ 200-400-500 ਗਾਂ ਜੋਬ ਐਡਵਰਟਾਈਜ਼ਮੈਂਟ ਦਾ ਦੇਣਾ ਪੈਂਦਾ, 2500 ਵਕੀਲ ਦਾ ਦੇਣਾ ਪੈਂਦਾ। ਪਰ ਉਹ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਵੀ ਇਹ ਇੰਪਲੋਇਰ ਦੀ ਰਿਸਪੌਂਸਿਬਿਲਿਟੀ ਆ। ਉਹ ਖਰਚਾ ਜਿੰਨਾ ਵੀ ਆ ਇੰਪਲੋਇਰ ਨੇ ਦੇਣਾ, ਉਹਨੂੰ ਵਰਕਰ ਦੀ ਲੋੜ ਆ, ਉਹਨੇ ਵਰਕਰ ਦੀ ਲੋੜ ਫੋਰਨ ਕੰਟਰੀ ਤੋਂ ਜਾਂ ਫੋਰਨ ਵਰਕਰ ਨੂੰ ਹਾਇਰ ਕਰਕੇ ਪੂਰੀ ਕਰਨੀ ਆ, ਤੇ ਉਹਦਾ ਵਰਕਰ ਕੋਲੋਂ ਇੱਕ ਆਨਾ ਵੀ ਨਹੀਂ ਲੈ ਸਕਦਾ ਇੰਪਲੋਈ, ਇੱਕ ਆਨਾ ਵੀ ਨਹੀਂ ਲੈ ਸਕਦਾ ਓਨਰ। ਇੱਕ ਲਾਅ ਦੇ ਵਿੱਚ ਲਿਖਿਆ। ਪਰ ਹੁਣ ਗੱਲ ਅਸੀਂ ਕੋਲੋਂ ਬਣਾਈ ਹੋਈ ਆ ਜੀ ਵੀ ਇਹ LMIA ਫ੍ਰੀ ਨਹੀਂ ਹੈਗੀ। ਆਪਾਂ ਸਸਕਾਚਵਨ ਤੋਂ ਰਿਕਾਰਡਿੰਗ 2 ਵਾਰੀ ਸੁਣਾਈ ਆ ਵੀ ਇਹ ਜਿਹੜੀ LMIA ਦੀ ਫੀ ਆ ਕੱਲੇ ਪੰਜਾਬੀ ਜਾਂ ਭਾਰਤੀ ਇੰਪਲੋਇਰਾਂ ਵਾਸਤੇ ਥੋੜੋ ਆ। ਗੋਰੇ ਗੋਰੀਆਂ ਨਹੀਂ ਲੈਂਦੇ ਇੱਕ ਵੀ ਇਹਨਾਂ ਵਰਕਰ ਦੇ ਕੋਲੋਂ। ਉਹ ਦੱਸ ਕੇ ਗਏ ਆ ਨੌਜਵਾਨ ਵੀ ਕਿੱਦਾਂ ਮਤਲਬ ਗੋਰੇ ਗੋਰੀਆਂ ਬਾਕੀ ਸਾਰੇ ਕਰਦੇ ਆ, ਮੇਨ ਸਟ੍ਰੀਮ ਦੇ ਲੋਕ ਤੇ ਕਿੱਦਾਂ ਸਾਡੇ ਲੋਕਾਂ ਨੂੰ ਲੁੱਟਦੇ ਆ ਜੀ। ਸੋ ਤਦ ਕਰਕੇ ਇਹ ਆ ਵੀ ਇਹ ਸਿਸਟਮਾਂ ਨੂੰ ਅਸੀਂ ਆਪਣੀ ਖੁੰਡੇ ਦਿਮਾਗ ਦੇ ਨਾਲ ਜਿਹੜਾ ਅਗਵਾ ਕਰਨ ਬਾਰੇ ਸੋਚਿਆ ਹੋਇਆ ਨਾ, ਉਹਦੇ ਕਰਕੇ ਕੈਨੇਡਾ ਦਾ ਬੇੜਾ ਗਰਕ ਹੋ ਰਿਹਾ। ਕੈਨੇਡਾ ਉਦਾਂ ਹੀ ਆ, ਕਾਨੂੰਨ ਵੀ ਸਾਰੇ ਉਹੀ ਆ, ਖੁੱਲੇ ਡੁੱਲੇ ਨੰਬਰ 1 ਲੋਕਾਂ ਨੂੰ ਰੱਖਣ ਦੇ। ਇਹ ਸਾਡੀ ਮਾਨਸਿਕਤਾ ਦੇ ਵਿੱਚ, ਸਾਡੇ ਦਿਮਾਗਾਂ 'ਚ ਮੈਲ ਅਸੀਂ ਨਾਲ ਲੈ ਕੇ ਆਏ ਕਰਕੇ ਅਸੀਂ ਇਹਨਾਂ ਨੂੰ ਅਗਵਾ ਕਰਕੇ ਗਾਂਹ ਉੱਤੋਂ ਪਖੰਡ ਕਰਦੇ ਹਾਂ। ਜੋ ਅਸੀਂ ਕਰ ਰਹੇ ਹਾਂ ਉਹ ਠੀਕ ਹੀ ਕਰ ਰਹੇ ਹਾਂ, ਮਤਲਬ ਲੋਕਾਂ ਨੂੰ ਲੁੱਟ ਕੇ। ਮੈਨੂੰ ਲੱਗਦਾ ਕਿ LMI ਦਾ ਮੁੱਦਾ ਚੱਕ ਲਓ ਤੇ ਜੌਲ ਸਾਹਿਬ ਦਾ ਤੇ BP ਹਾਈ ਹੋ ਜਾਂਦਾ। ਆਈਸ ਕੈਪੀਚੀਨੋ ਤੁਹਾਨੂੰ ਆਈਸ ਕੈਪੀਚੀਨੋ ਦੀ ਲੋੜ, ਭਾਵੇਂ ਲੋੜਵੰਦਾਂ ਨੂੰ ਅਸੀਂ ਫਤਿਹਗੜ੍ਹ ਸਾਹਿਬ ਬਹਿ ਕੇ ਲੁੱਟ ਰਹੇ ਹੋਈਏ ਦੇ ਥਾਂ ਤੇ, ਉਹਦੇ ਨਾਲ ਵੀ ਪਾਰਾ ਹਾਈ ਹੋਣਾ ਚਾਹੀਦਾ ਹਰ ਚਲੋ। ਲੋੜਵੰਦਾਂ ਨੂੰ ਲੁੱਟਣਾ ਪੰਥਕ ਬੰਦੇ ਦਾ ਕੰਮ ਨਹੀਂ ਹੈ। ਨਹੀਂ ਹੈਗਾ ਨਹੀਂ, ਸਹੀ ਗੱਲ ਹੈ, ਸਹੀ ਗੱਲ। ਜੇ ਪਾਰਟੀ ਦਾ ਵਰਕਰ ਵੇਖੋ, ਜੇ ਪਾਰਟੀ ਦਾ ਵਾਕਈ ਸਿਪਾ ਸਲਾਰ ਹੈ ਕੋਈ ਬੰਦਾ, ਤੇ ਭਾਈ ਇਹ ਤੇ ਧੱਕਾ ਨਾ। ਚਲੋ ਆਪਾਂ ਕਾਲ ਲੈ ਲਈਏ ਜੀ। ਵੈਲਕਮ ਜੀ, ਗੁੱਡ ਮਾਰਨਿੰਗ। ਹੈਲੋ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੋਲ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ। ਮੇਰੀ ਇੱਕ ਬੇਨਤੀ ਸੀ ਕਿ ਜੋ ਪਿਛਲੇ ਦਿਨ ਸਰਕਾਰੀਆ ਸਾਹਿਬ ਆਏ ਸੀਗੇ ਆਪਣੇ ਪ੍ਰੋਗਰਾਮ ਤੇ, ਹਾਂਜੀ ਉਹਨਾਂ ਦੀ ਕੋਈ ਅਪਡੇਟ ਆਈ ਜੀ ਸਰ? ਮੈਂ ਉਹ ਪੁੱਛਣਾ ਚਾਹੁੰਦਾ ਸੀ ਜੀ। ਹਾਂ, ਮੈਂ ਕੱਲ ਜ਼ਰੂਰ ਉਹਨਾਂ ਨਾਲ ਕਰਾਂਗੇ ਗੱਲ 10 ਮਿੰਟ। ਠੀਕ ਹੈ ਜੀ। ਠੀਕ ਹੈ ਸਰ, ਹਾਂਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ ਜੀ। ਸੋ ਅੱਛਾ, ਮੈਂ ਕਹਿ ਦੇਵਾਂ ਕਿ ਉਹਨਾਂ ਨੇ ਜਦੋਂ ਮਿਨਿਸਟਰ ਆਏ ਸੀ ਮੈਨੂੰ ਇਨਵੀਟੇਸ਼ਨ ਭੇਜੀ ਸੀ। ਸਮ ਹਾਓ ਅਰਸ਼ ਇੱਥੇ ਨਹੀਂ ਸੀ ਤੇ ਮੇਰੀ ਡਿਊਟੀ ਉਸ ਟਾਈਮ ਮੈਨੂੰ ਸ਼ੋਅ ਕਰਨਾ ਪੈਣਾ ਸੀਗਾ, ਸੋ ਇਸ ਕਰਕੇ ਮੈਂ ਉਹ ਨਹੀਂ ਅਟੈਂਡ ਕਰ ਸਕਿਆ। ਮਿਹਰਬਾਨੀ, ਥੈਂਕ ਯੂ ਜੀ। ਸੋ ਜੌਲ ਸਾਹਿਬ ਆਗਿਆ ਲੈ ਲਈਏ ਫਿਰ, ਕਿਸ ਲਾਈਨਾਂ ਤਾਂ ਸਾਰੀਆਂ ਫਲੈਸ਼ ਹੋਣਦੀਆਂ। ਹਾਂ ਨਹੀਂ, ਬਸ ਇੰਨਾ ਹੀ ਆ ਜੀ ਵੀ ਅਸੀਂ ਕੈਨੇਡਾ ਨੂੰ ਨਾ ਵਿਗਾੜੀਏ ਤੇ ਇਹ ਨੰਬਰ 1 ਨਹੀਂ ਆ। ਨਾਲੇ ਵਿਗਾੜੀ ਜਾਂਦੇ ਆ, ਨਾਲੇ ਕਹਿੰਦੇ ਵੀ ਵਿਗੜੀ ਜਾਂਦਾ ਜੀ। ਦੋਸਤੋ, ਨੰਬਰ 1 ਈ ਬਾਬਾ ਐਂਟਰਟੇਨਮੈਂਟ ਵੀ ਐਪ ਡਾਊਨਲੋਡ ਕਰ ਲਓ। ਉੱਥੇ ਵੀ ਜੌਲ ਸਾਹਿਬ ਦੀ ਆ ਪਿਆਰੀ ਜੀ ਆਵਾਜ਼ ਤੇ ਨਾਲ ਦੀ ਨਾਲ ਰਗਲਾ ਪੰਜਾਬ ਤੇ ਵਰਲਡ ਵਾਈਡ ਦੁਨੀਆ ਭਰ ਦੇ ਵਿੱਚ ਤੁਸੀਂ ਕੈਰੀ ਕਰ ਸਕਦੇ ਹੋ, ਸਾਨੂੰ ਸੁਣ ਵੀ ਸਕਦੇ ਹੋ ਤੇ ਦੇਖ ਵੀ ਸਕਦੇ ਹੋ। ਜੌਲ ਸਾਹਿਬ, ਨਿਰਾਸ਼ ਨਹੀਂ ਕਰਨਾ ਆਪਾਂ। ਹਾਂਜੀ, ਬਿਜ਼ਨਸ ਤਾਂ ਹੁੰਦਾ ਹੀ ਰਹਿਣਾ, 2 ਲਾਈਨਾਂ ਲੈ ਹੀ ਲਈਏ। ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ। ਜਿਹੜਾ ਤੁਸੀਂ ਮੁੱਦਾ ਫੂਡ ਬਾਰੇ ਕਿਹਾ ਵੀ ਬੇੜਾ ਗਰਕ ਹੋ ਰਿਹਾ ਹੈ, ਇਹਦੀ ਵੱਡੀ ਵਜ੍ਹਾ ਇਹ ਹੈ ਕਿ ਜਿੰਨਾ ਹੁਣ ਨਵਾਂ ਬੰਦਾ ਹੁੰਦਾ ਹੈ ਇਸ ਮਹਿਕਮੇ ਕੰਮ ਵਿੱਚ ਸਿਰਫ 2-3 ਮਹੀਨੇ ਠਹਿਰਦੇ ਫਿਰ ਗਾਂਹ ਹੋ ਜਾਂਦੇ, 2-3 ਮਹੀਨੇ ਠਹਿਰਦੇ ਗਾਂਹ ਹੋ ਜਾਂਦੇ ਆ। ਸਿਰਫ ਆਪਦੀ ਕੋਈ ਜੌਬ ਲੈਟਰ ਲੈਣ ਲਈ ਕੋਈ ਪਰਮਾਨੈਂਟ ਇਸ ਕੰਮ 'ਚ ਹੁਣ ਬੰਦਾ ਕੋਈ ਨਹੀਂ ਠਹਿਰ ਰਿਹਾ, ਜਿਸ ਕਰਕੇ ਬੇੜਾ ਗਰਕ ਹੋ ਰਿਹਾ। ਜਾਂ ਟ੍ਰੇਨਿੰਗ ਪ੍ਰੋਪਰ ਵੀ ਨਹੀਂ ਹੈ ਜਿਹੜੀ ਜੌਲ ਸਾਹਿਬ ਨੇ ਕਹੀ ਹੈ। ਬਿਲਕੁਲ ਸਹੀ ਗੱਲ ਕਹੀ ਜੀ ਇਹਨਾਂ ਨੇ। ਪਤਾ ਨਹੀਂ ਸਮਾਈਲ ਖਰੇ ਉਹ ਟ੍ਰੇਨਿੰਗ ਵੇਲੇ ਖੋਹ ਲੈਂਦੇ ਉਹਨਾਂ ਕੋਲ ਵੀ ਸਮਾਈਲ ਇੱਥੇ ਰੱਖ ਦੋ, ਸਮਾਈਲ ਨਹੀਂ ਦੇਣੀ ਗਾਹਕ ਨੂੰ। ਪਰ ਦੇਖੋ, ਵਰਕਿੰਗ ਕੰਡੀਸ਼ਨ ਤੇ ਬਾਕੀ ਜਿਹੜਾ ਜੀ ਵੀ ਬੈਨੀਫਿਟਸ ਜਾਂ ਸੈਲਰੀਜ਼ ਪੇਮੈਂਟਸ, ਉਹ ਤਾਂ ਹੁਣ 200 ਕਿਲੋਮੀਟਰ ਬਾਹਰ ਕੈਨੇਡਾ ਜਾਈਏ ਉਹਨਾਂ ਵਰਕਰਾਂ ਦੇ ਵੀ ਉਨੇ ਹੀ ਆ। ਜੀ 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 ਜੀ। ਉੱਥੇ ਫਿਰ ਸਰਵ ਭਾਵੇਂ ਮਤਲਬ ਇੰਪਲੋਈਜ਼ ਬਦਲਦੇ ਰਹਿੰਦੇ, ਉੱਥੇ ਵੀ ਸਟੂਡੈਂਟ ਆਉਂਦੇ ਰਹਿੰਦੇ, ਸਭ ਕੁਝ ਹੁੰਦਾ ਰਹਿੰਦਾ। ਡੈਫੀਨਿਟਲੀ ਉੱਥੇ 100 ਕਿਲੋਮੀਟਰ ਦੂਰ ਚੱਲ ਜਾਓ ਤੁਸੀਂ, ਉੱਥੇ ਤੇ ਸਰਵਿਸ ਗੁੱਡ ਆ, ਉੱਥੇ ਕੋਈ ਸਰਵਿਸ ਗੁੱਡ ਆ। ਮਤਲਬ ਨਵਾਂ ਵਰਕਰ ਸਰਵਿਸ ਗੁੱਡ ਦੇ ਰਿਹਾ ਕਿਉਂਕਿ ਟ੍ਰੇਨਿੰਗ ਠੀਕ ਆ ਤੇ ਕੰਜ਼ਿਊਮਰ ਅਵੇਅਰ ਆ, ਕੰਜ਼ਿਊਮਰ ਨੂੰ ਪਤਾ ਮੈਂ ਸਰਵਿਸ ਕਿੱਦਾਂ ਲੈਣੀ। ਹਾਂ, ਚਲੋ ਅਗਲੀ ਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਅੱਛਾ, ਉੱਥੇ ਆ ਨਾ ਅਗਲੇ ਨੇ ਫਰ ਇੰਗਲਿਸ਼ ਦੇ ਵਿੱਚ ਨਾਲ ਗਾਲਾਂ ਵੀ 4-10 ਕੱਢ ਜਾਣੀਆਂ, ਨਾਲੇ ਉੱਥੇ ਗੱਲ ਪਹੁੰਚਾ ਦੇਣੀ ਜਿੱਥੋਂ ਗਾ ਘੰਡੀ ਮਰੋੜੀ ਜਾਣੀ। ਹਾਂ, ਨਾਲ ਐਫ ਲਫ਼ਜ਼ ਜਿਹੜਾ ਉਹਨਾਂ ਨੇ 10 ਵਾਰੀ ਵਰਤਣਾ ਵਾ, ਚਾਹ ਦਾ ਕੱਪ ਫੜਦੇ ਵਾਧਾ ਹੈ, ਫਿਰ ਸਾਡੀ ਖਤਮ ਹੋ ਜਾਂਦੀ ਹੈ ਨਾ ਫਿਰ ਉੱਥੇ। ਮਸਲਾ ਤੇ ਆ ਵਾ। ਹਾਂਜੀ ਜੀ, ਅਗਲੀ ਕਾਲ ਪਲੀਜ਼। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਹੁਣ ਤੁਸੀਂ ਕਾਫੀ ਸਰਵਰ ਦੀ ਗੱਲ ਕਰਦੇ, ਚਲੋ ਕਿਸੇ ਯਾਰ ਮੈਂ ਫੂਡ ਚੇਨ ਦੀ ਗੱਲ ਕਰਦਾ ਜੀ। ਆਲ ਕਿਸੇ ਵੀ ਫੂਡ 'ਚ ਲਗਾ ਲਓ, ਠੀਕ ਆ। ਮੇਰੇ ਏਰੀਏ 'ਚ ਮੈਂ ਦਸਤਾਰ ਸਜਾਨਾ ਆ ਤੇ ਜਦੋਂ ਆਰਡਰ ਕਰੀਦਾ ਉਦੋਂ ਤਾਂ ਚਲੋ ਨਹੀਂ ਪਤਾ ਲੱਗਦਾ, ਜਦੋਂ ਗੇਟ ਤੇ ਆਈਦਾ ਜੇ ਤਾਂ ਉੱਥੇ ਪੰਜਾਬੀ ਆ, ਚਾਹੇ ਮੁੰਡਾ ਚਾਹੇ ਕੁੜੀ ਆ, ਉਹਨਾਂ ਨੇ ਸਤਿ ਸ੍ਰੀ ਅਕਾਲ ਲਾਜ਼ਮੀ ਬੁਲਾਉਣੀ ਆ ਜੀ। ਬਹੁਤ ਵਧੀਆ ਜੀ, ਚੰਗੀ ਗੱਲ ਤੇ ਦੂਸਰਾ, ਜੋ ਅਗਰ ਕਿਸੇ ਦੀ ਸਰਵਿਸ ਪਸੰਦ ਨਹੀਂ ਕਿ ਉਹ ਕਰਦੇ ਨੇ ਤਾਂ ਆਪਾਂ ਨੂੰ ਆਪਸ ਵਿੱਚ ਕੰਪਲੇਂਟ ਕਰਨ ਦੀ ਬਜਾਏ ਤਾਂ ਉਹਨਾਂ ਦੇ ਹੈੱਡ ਆਫਿਸ ਨੂੰ ਈਮੇਲਸ ਵਗੈਰਾ ਕਰਨੀਆਂ ਚਾਹੀਦੀਆਂ ਨੇ ਤੇ ਉਸ ਲੋਕੇਸ਼ਨ ਦਾ ਨਾਮ ਦੱਸੋ ਤੇ ਹੈੱਡ ਆਫਿਸ ਨੂੰ। ਬਹੁਤ ਵਧੀਆ ਗੱਲ, ਬਹੁਤ ਵਧੀਆ। ਤੇ ਦੈਨ ਕੋਈ ਐਕਸ਼ਨ ਹੋ ਸਕਦਾ, ਅਦਰਵਾਈਜ਼ ਬੌਸ ਕਿਹੜਾ ਆਲਵੇਜ਼ ਉਹਨਾਂ ਦੇ ਉੱਤੇ ਖੜਾ ਰਹਿੰਦਾ। ਮਿਹਰਬਾਨੀ, ਥੈਂਕ ਯੂ। ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਸਾਡੀ ਸਰਵਿਸ ਕਿੱਦਾਂ ਦੀ ਆ ਤਾਂ ਫਿਰ ਉਹ ਕਿੱਦਾਂ ਇੰਪਰੂਵ ਕਰਨਗੇ। ਮਿਹਰਬਾਨੀ, ਸੋ ਨਾਈਸ। ਹੈੱਡ ਆਫਿਸ ਨੂੰ ਪਹੁੰਚਣਾ ਚਾਹੀਦਾ, ਹੈੱਡ ਆਫਿਸ ਨੂੰ, ਡਿਪਾਰਟਮੈਂਟ ਨੂੰ ਜਿਹੜਾ ਹੈ ਕੰਪਲੇਂਟ ਕਰਨੀ ਚਾਹੀਦੀ ਹੈ। ਪਰ ਗੱਲ ਕਰਾਂਗੇ ਜਾਣੀ ਚਾਹੀਦੀ ਹੈ, ਫਿਰ ਉਹ ਜਿਹਨੇ ਟ੍ਰੇਨ ਕੀਤਾ ਉਹਨੂੰ ਵੀ ਪੁੱਛਣਗੇ ਤੇ ਫਿਰ EMPLOYEES ਨੂੰ ਵੀ ਪੁੱਛਣਗੇ ਜੀ। ਵੈਸੇ ਮੀਡੀਆ ਜਦੋਂ ਆਵਾਜ਼ ਉਠਾਵੇ ਕੋਈ ਮਾੜੀ ਗੱਲ ਵੀ ਨਹੀਂ ਹੁੰਦੀ। ਨਹੀਂ, ਉਹ ਠੀਕ ਹੈ, ਉਹ ਉਠਾਣੀ ਚਾਹੀਦੀ ਆ, ਪਰ ਕਈ ਵਾਰੀ ਉਹ ਆਪਣੇ 'ਚ ਹੀ ਹੋ ਕੇ ਰਹਿ ਜਾਂਦੀ। ਅਸੀਂ ਬਸ ਫੋਨ ਕਰਕੇ ਸਵਾਲ ਸੋ ਨਾਈਸ ਸਰ, ਥੈਂਕ ਯੂ। ਬਹੁਤ ਵਧੀਆ ਪੁਆਇੰਟ ਦਿੱਤਾ ਤੁਸੀਂ, ਧੰਨਵਾਦ ਜੌਲ ਸਾਹਿਬ, ਧੰਨਵਾਦ, ਥੈਂਕ ਯੂ। ਵਾਈਂਡ ਅਪ ਕਰਨਾ ਚਾਹੋਗੇ? ਨਹੀਂ ਜੀ, ਹਾਂ ਬਿਲਕੁਲ, ਇਹਨਾਂ ਨੇ ਗੱਲ ਬੜੀ ਪਤੇ ਦੀ ਕਹੀ ਆ ਤੇ ਰੇਡੀਓ ਤੇ ਵੀ ਕਰੋ, ਪਰ ਨਾਲ ਉੱਥੇ ਵੀ ਗੱਲ ਪਹੁੰਚਾਓ ਜਿੱਥੇ ਪਹੁੰਚਾਈ ਜਾਣੀ ਚਾਹੀਦੀ ਹੈ। ਜੀ ਜੀ ਜੀ। ਹੁਣ LMIA ਜਿੰਨਾ ਚਿਰ ਰੇਡੀਓ ਤੇ ਹੁੰਦੀ ਰਹੀ, ਮਸਲਾ ਵੱਧਦਾ ਗਿਆ। ਹੁਣ ਆਪਾਂ ਉੱਥੇ 4 ਸਾਲ ਸਟਰਗਲ ਕੀਤੀ ਤੇ ਕੁਝ ਹੋ ਵੀ ਗਿਆ ਫਿਰ, ਹਨਾ। ਤੁਸੀਂ ਕਾਮਯਾਬੀ ਹੈ ਜੀ ਸਭ ਤੋਂ ਵੱਡੀ ਤੁਹਾਡੀ ਪ੍ਰਾਪਤੀ ਹੈ। ਸੋ ਇਸ ਕਰਕੇ ਇਹ ਆ ਵੀ 1.25 ਲੱਖ 'ਚ ਇੱਕ ਬੰਦਾ ਵੀ ਸਿੱਧਾ ਤੁਰ ਪਏ, ਉਹ ਕਰ ਤੇ ਸਕਦਾ ਕੁਝ, ਪਰ ਤੁਰਨਾ ਸਿੱਧਾ ਪਊਗਾ ਘੱਟੋ ਘੱਟ, ਹਾਂਜੀ। ਤੇ ਜੇ ਐਵੇਂ ਮਤਲਬ ਗੱਲਾਂ ਹੀ ਬਣਾਈ ਜਾਣੀਆਂ ਘਰੇ ਬਹਿ ਕੇ, ਉਹ ਠੀਕ ਹੈ, ਸਾਰਿਆਂ ਦਾ ਸਤਿਕਾਰ ਹੈ, ਬਰਾਬਰ ਹੈ, ਪਰ ਹਿੰਮਤ ਤੋਂ ਬਿਨਾਂ ਇਹ ਚੀਜ਼ਾਂ ਨਹੀਂ ਹੱਲ ਹੁੰਦੀਆਂ। ਤੁਹਾਨੂੰ ਥੋੜਾ ਜਿਹਾ ਉਪਰਾਲਾ ਕਰਨਾ ਪੈਂਦਾ, ਤੁਹਾਨੂੰ ਛਾਤੀ ਤਾਣ ਕੇ ਅੱਗੇ ਆਉਣਾ ਪੈਂਦਾ। ਅੱਛਾ ਜੌਲ ਸਾਹਿਬ, ਜਿਹੜੇ LMI ਵੇਚਣ ਵਾਲੇ ਜਾਂ ਵੇਚਣ ਵਾਲੀਆਂ ਨੇ ਨਾ, ਉਹ ਤਾਂ ਤੁਹਾਨੂੰ ਬਸ ਸੀਸਾਂ ਦਿੰਦੇ ਹੋਣਗੇ ਤੇ ਸਾਨੂੰ ਵੀ ਗਾਲਾਂ ਕੱਢਦੇ ਹੋਣਗੇ। ਚਲੋ ਸਾਡੀਆਂ ਸ਼ਾਇਦ ਇੱਕ ਦੋ ਪੁੱਲ ਵੀ ਕਰਵਾ ਦੇਣੋ ਵੀ ਛੱਡੋ ਇਹ ਤੇ ਬਕਵਾਸ ਕਰਦੇ, ਸਾਡਾ ਧੱਕਾ ਕਰਦੇ। ਮੇਰੇ ਨਾਲ ਵੀ ਸਿੰਘ ਫਸਾਉਂਦੇ ਆ ਕਈ। ਜੌਲ ਸਾਹਿਬ ਤੁਹਾਡੇ ਪ੍ਰੋਗਰਾਮ ਤੇ ਆਹ ਬੋਲ ਕੇ ਗਏ, ਮੈਂ ਕਿਹਾ ਯਾਰ ਉਹ ਲਾ ਦੇ ਮੁਤਾਬਕ ਗੱਲ ਕਰਕੇ ਗਏ ਆ, ਜੇ ਲਾ ਦੇ ਮੁਤਾਬਕ ਨਹੀਂ ਆ ਤੇ ਤੁਸੀਂ ਸਾਡੀ ਕੰਪਲੇਂਟ ਕਰ ਦਿਓ। ਦੈਟਸ ਇਟ। ਦੇਖੋ ਜੀ, ਸਾਨੂੰ ਤੇ ਦੁਆਵਾਂ ਲੋੜਵੰਦਾਂ ਦੀਆਂ ਚਾਹੀਦੀਆਂ ਜਿਹੜੇ ਲੁੱਟ ਹੋਣ ਤੋਂ ਬਚ ਗਏ ਤੇ ਬਚ ਗਈਆਂ। ਹਾਂ, ਉਹ ਇੱਕ ਹੀ ਬੜੀ ਆ। ਹਾਂ, ਇਹਨਾਂ ਬਦਅਸੀਸਾਂ ਦਾ ਸਾਡੀ ਸਿਰ ਤੇ ਅਸਰ ਹੀ ਕੋਈ ਨਹੀਂ।
ਸੋ ਤਦ ਕਰਕੇ ਹੈ ਜੀ ਵੀ ਉਹਨਾਂ ਨੂੰ ਦੇ ਲੈਣੀਆਂ ਚਾਹੀਦੀਆਂ। ਪਰ ਦੂਸਰੇ ਪਾਸੇ ਇਹ ਹੈ ਜੀ ਵੀ ਜੇ ਉਹ ਚੰਗਾ ਕੰਮ ਕਰਨਗੇ ਤੇ 84 ਲੱਖ ਜੂਨਾਂ ਤੋਂ ਬਾਅਦ ਉਹਨਾਂ ਦਾ ਜੀਵਨ ਆਪਣੇ ਆਪ ਸਫਲ ਹੋਏਗਾ। 84 ਲੱਖ ਜੂਨਾਂ ਤੋਂ ਬਾਅਦ ਜੇ ਅਸੀਂ ਬੇਈਮਾਨ ਤੇ ਬੇਈਮਾਨਣੀ ਆ, ਲੁਟੇਰਾ ਤੇ ਲੁਟੇਰੀ ਆ, ਕੈਨੇਡਾ ਵਰਗੇ ਦੇਸ਼ ਦੇ ਵਿੱਚ ਆ ਕੇ ਅਸੀਂ ਚੋਰ ਤੇ ਚੋਰ ਨਹੀਂ ਬਣ ਗਏ ਆ। 84 ਲੱਖ ਜੂਨਾਂ ਦਾ ਇਹ ਫਲ ਮਿਲਿਆ, ਇਹ ਫਲ ਮਤਲਬ ਹਾਸਲ ਕੀਤਾ। ਅਗਲੀ ਨਸਲ ਨੂੰ ਵੀ ਚੋਰ ਤੇ ਚੋਰ ਨਹੀਂ ਬਣਾ ਗਏ। LMI ਜਿਹੜੇ ਵੇਚਣ ਵਾਲੇ ਪੇਰੈਂਟਸ ਆ ਉਹਨਾਂ ਦੇ ਕੈਨੇਡੀਅਨ ਬੋਰਨ ਬੱਚੇ ਅੱਗੋਂ ਉਹੀ ਬਿਜ਼ਨਸ ਟੇਕ ਓਵਰ ਕਰਕੇ ਉਹਨਾਂ ਦਾ ਕਲਚਰ ਉਹ ਆ ਜੀ ਵੀ ਉਹਨਾਂ ਨੇ ਵੀ LMI ਵੇਚਣੀਆਂ। ਕੀ ਬਾਤ। ਸੱਚਵੰਤ ਤੋਂ ਐਗਜ਼ਾਮਪਲ ਸਾਡੇ ਕੋਲ ਆ ਜੀ। ਮਿਹਰਬਾਨੀ ਜੌਲ ਸਾਹਿਬ। ਆਪ ਹੀ ਅਸੀਂ ਲੁਟੇਰੇ ਲੁਟੇਰੀਆਂ ਆਪ ਤੇ ਆ ਕੇ ਬਣ ਗਏ, ਆਪਣੀਆਂ ਔਲਾਦਾਂ ਨੂੰ ਵੀ ਬਣਾ ਕੇ ਇਸ ਜਹਾਨ ਚੋਂ ਮਰਾਂਗੇ ਤੇ ਕਿਹੜੇ ਸਵਰਗ 'ਚ ਜਾਵਾਂਗੇ ਜੀ? ਬਸ ਸਵਰਗ ਘਰ ਦੀ ਜਿਹੜੀ ਵਾਈਟ ਪਿਲਰ ਆ ਉਹ ਸਵਰਗ ਆ ਕੇ ਤੇ ਨਰਕ ਆ ਨਾ, ਫਿਰ ਸਵਰਗ ਦੀ ਆਸ ਵੀ ਕਿਉਂ ਹੋਣੀ ਚਾਹੀਦੀ ਇਹੋ ਜਿਹੇ ਵਿਅਕਤੀ ਨੂੰ? ਵੱਡੀਆਂ ਵੱਡੀਆਂ ਲਗਜ਼ਰੀ ਗੱਡੀਆਂ, ਵੱਡੇ ਵੱਡੇ ਅਦਾਰੇ, ਵੱਡੇ ਵੱਡੇ ਕਾਰੋਬਾਰ, ਵੱਡੀਆਂ ਵੱਡੀਆਂ ਪ੍ਰਾਪਰਟੀਜ਼, ਹਾਂਜੀ ਉਹ ਸਾਰਾ ਕੁਝ ਵਿੱਚ ਆ ਗਿਆ। ਉਹ ਸਵਰਗ ਉਹਨਾਂ ਵਾਸਤੇ ਹੋਈ ਆ। ਮਿਹਰਬਾਨੀ, ਧੰਨਵਾਦ, ਥੈਂਕ ਯੂ। ਉਹ ਕਹਿੰਦੇ ਅਗਲਾ ਜਹਾਨ ਕਿਨੇ ਡਿੱਠਾ, ਇੱਥੋਂ ਵਾਲਾ ਮਿੱਠਾ। ਮਿਹਰਬਾਨੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।